ਗੁਰੂ ਨਾਨਕ ਪਾਦ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਤੋ ਮਾਰੀ ਨੇ ਫਿਰ ਕਯੋ ਸਭ ਹਮ ਦਿਓ ਬਤਾਏ ਕੌਣ ਸਾਲ ਓ ਕਾਲ ਕੌਣ ਦੇਸ਼ ਕੌਣ ਓ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ
ਬਹੁਤ ਹੀ ਅਦਬ ਸਤਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕੈਪਟਨ ਮਰੇ ਜੋ ਲੁਧਿਆਣੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਜੀ ਨੂੰ ਮਿਲਿਆ ਹੈ, ਕਹਿਣ ਲੱਗਾ ਰਤਨ ਸਿੰਘ ਅਸੀਂ ਤੁਹਾਡਾ ਇਤਿਹਾਸ ਲਿਖਾ ਰਹੇ ਹਾਂ। ਭਾਈ ਰਤਨ ਸਿੰਘ ਜੀ ਕਹਿਣ ਲੱਗੇ ਕਿਹਦੇ ਕੋਲੋਂ ਲਿਖਾ ਰਹੇ ਆ? ਕਹਿੰਦਾ ਬੂਟੇ ਸ਼ਾਹ ਮੌਲਵੀ ਕੋਲੋਂ। ਭਾਈ ਰਤਨ ਸਿੰਘ ਜੀ ਕਹਿਣ ਲੱਗੇ ਮੇਰੇ ਦਿਮਾਗ ਦੇ ਵਿੱਚ ਇੱਕਦਮ ਚਿੰਤਾ ਉਤਪੰਨ ਹੋਈ ਕਿ ਉਹ ਤੁਰਕ ਖਾਲਸੇ ਦੀ ਉਪਮਾ ਕਿਵੇਂ ਕਰੇਗਾ, ਸਤਿਗੁਰਾਂ ਦੇ ਖਾਲਸੇ ਦਾ ਜਸ ਕਿਵੇਂ ਕਰੇਗਾ। ਕਹਿੰਦੇ ਮੈਂ ਆਖਿਆ ਕਿ ਜੋ ਇਤਿਹਾਸ ਉਹਨੇ ਲਿਖਿਆ ਉਹ ਮੈਨੂੰ ਵਿਖਾਓ। ਕਹਿੰਦੇ ਜਦੋਂ ਮੈਂ ਵੇਖਿਆ ਤੇ ਮੇਰਾ ਸ਼ੱਕ ਸਹੀ ਨਿਕਲਿਆ, ਉਹਨੇ ਖਾਲਸੇ ਦੀ ਗੱਲ ਪੂਰੀ ਨਹੀਂ ਕਹੀ। ਕਹਿੰਦੇ ਕੈਪਟਨ ਮਰੇ ਨੂੰ ਮੈਂ ਆਖਿਆ ਕਿ ਖਾਲਸੇ ਦਾ ਇਤਿਹਾਸ ਤਾਂ ਮੈਂ ਲਿਖ ਸਕਦਾ ਹਾਂ, ਆਪਣੇ ਘਰ ਦੀ ਬਾਤ, ਆਪਣੇ ਘਰ ਦੀ ਕਥਾ ਮੈਂ ਕਹਿ ਸਕਦਾ। ਕੈਪਟਨ ਮਰੇ ਕਹਿਣ ਲੱਗਾ ਫਿਰ ਲਿਖੋ, ਇਹ ਦੱਸੋ ਕਿ ਪੰਥ ਨੂੰ, ਖਾਲਸੇ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਔਰ ਖਾਲਸੇ ਦੀ ਉਤਪਤੀ ਕਿਵੇਂ ਹੋਈ ਹੈ। ਕਹਿੰਦੇ ਮੈਂ ਆਖਿਆ ਕਿ ਖਾਲਸੇ ਪੰਥ ਨੂੰ ਪਾਤਸ਼ਾਹੀ ਸੱਚੇ ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਕਹਿੰਦਾ ਇਹ ਸੱਚੇ ਪਾਤਸ਼ਾਹ ਕੌਣ ਨੇ? ਕਹਿੰਦੇ ਮੈਂ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ। ਕੈਪਟਨ ਮਰੇ ਫਿਰ ਬੋਲਿਆ ਵੀ ਉਹ ਤਾਂ ਫਕੀਰ ਸੀ। ਕਹਿੰਦੇ ਉਹ ਸ਼ਾਹਾਂ ਦੇ ਸ਼ਾਹ ਨੇ, ਜਿਨ੍ਹਾਂ ਫਕੀਰਾਂ ਤੇ ਦ੍ਰਿਸ਼ਟੀ ਕੀਤੀ, ਕੰਗਲਿਆਂ ਤੇ ਦ੍ਰਿਸ਼ਟੀ ਕੀਤੀ, ਉਹ ਰਾਜੇ ਹੋ ਗਏ। ਤੇ ਜੇ ਪਾਤਸ਼ਾਹਾਂ ਤੇ ਆਪਣੀ ਉਪੱਠੀ ਨਜ਼ਰ ਕੀਤੀ ਤਾਂ ਉਹ ਵੱਡੇ ਤੋਂ ਵੱਡੇ ਬਾਦਸ਼ਾਹ ਕੰਗਾਲ ਹੋ ਗਏ। ਦੇਰੀ ਨਹੀਂ ਲੱਗੀ, ਉਹਨਾਂ ਦੇ ਤਾਂ ਚਰਨਾਂ ਨੂੰ ਸਪਰਸ਼ ਕਰਕੇ ਛੇਲਿਆਂ ਨੇ ਸ਼ੇਰਾਂ ਨੂੰ ਮਾਰ ਸੁੱਟਿਆ ਤੇ ਚਿੜੀਆਂ ਨੇ ਬਾਜ ਤਰੋੜ ਸੁੱਟੇ ਨੇ। ਕਹਿਣ ਲੱਗਾ ਅੱਛਾ ਜੀ, ਉਹ ਕੌਣ ਸਨ? ਉਹਨਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ? ਕਹਿਣ ਲੱਗੇ ਉਹਨਾਂ ਨੂੰ ਅਕਾਲ ਪੁਰਖ ਜੀ ਨੇ ਆਪਣਾ ਰੂਪ ਸੰਸਾਰ ਦੇ ਵਿੱਚ ਬਣਾ ਕੇ ਭੇਜਿਆ। ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਕੋਲੋਂ ਪਾਤਸ਼ਾਹੀ ਲੈ ਕੇ ਆਏ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਹਨ, ਸ਼ਾਹਾਨ ਸ਼ਾਹ ਹਨ। ਹੁਣ ਕੈਪਟਨ ਮਰੇ ਪੁੱਛਦਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ। ਇੱਥੋਂ ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਕੁਝ ਕੁ 94 ਜੇ ਪ੍ਰਸੰਗ ਭਾਈ ਰਤਨ ਸਿੰਘ ਜੀ ਅੰਕਿਤ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਲ ਕੇ ਸਭ ਦੁਖ ਨਿਵਾਰਨ ਕੋ ਭਾਵ ਤਾਰਨ ਕੋ ਜਗ ਭੀਤਰ ਆਏ, ਜਗ ਜੀਰਨ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮ ਹੈ ਨਾਮ ਬਤਾਏ। ਐਸੇ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दोहरा तो मारी ने फिर कयो सब हम दियो बताई। ਕੈਪਟਨ ਮਰੇ ਪੁੱਛਦਾ ਭਾਈ ਰਤਨ ਸਿੰਘ ਜੀ ਭੰਗੂ ਜੀ ਪਾਸੋਂ ਲੁਧਿਆਣੇ ਦੇ ਮੁਕਾਮ ਤੇ। ਕਹਿੰਦਾ ਮੈਨੂੰ ਸਾਰੀ ਕਥਾ ਸੁਣਾਓ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਾਰੇ ਮੈਨੂੰ ਦੱਸੋ। कौन साल ओ काल कौन देश कौन ओ थाई। ਕਿਹੜਾ ਸਾਲ ਸੀ, ਸੰਮਤ ਬਿਕਰਮੀ ਕਿਹੜਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ, ਔਰ ਉਹ ਕਿਹੜਾ ਦੇਸ਼ ਸੀ ਜਿਸ ਦੇਸ਼ ਦੇ ਵਿੱਚ ਉਹ ਅਵਤਰਤ ਹੋ ਕੇ ਆਏ। ਚੌਪਈ ਸਾਲ ਸੁਨੋ ਅਬ ਬਿਕਰਮ ਰਾਏ। ਕਹਿਣ ਲੱਗੇ ਸੁਣ ਵੀ ਰਤਨ ਸਿੰਘ ਭੰਗੂ ਜੀ ਕਹਿਣ ਲੱਗੇ ਕੈਪਟਨ ਮਰੇ ਸੁਣ, ਕਿਹੜੇ ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਉਹ ਮੈਂ ਤੈਨੂੰ ਦੱਸਦਾ ਹਾਂ। 1526 ਥਾਈ। 1526 ਸੰਮਤ ਬਿਕਰਮੀ।
1526 ਸੰਮਤ ਬਿਕਰਮੀ ਦਾ ਸਾਲ ਸੀ। ਤਲਵੰਡੀ ਬੁਲਾਰ ਭੋਏ ਰਾਏ। ਰਾਏ ਬੁਲਾਰ ਦੀ ਨਗਰੀ ਸੀ ਤਲਵੰਡੀ, ਜਿਹਨੂੰ ਰਾਏ ਭੋਏ ਦੀ ਤਲਵੰਡੀ ਵੀ ਕਹਿੰਦੇ। ਅੱਜ ਕੱਲ ਉਸ ਤਲਵੰਡੀ ਦਾ ਨਾਮ ਹੈ ਸ਼੍ਰੀ ਨਨਕਾਣਾ ਸਾਹਿਬ। ਗੁਰੂ ਨਾਨਕ ਸਾਹਿਬ ਦੇ ਆਉਣ ਕਰਕੇ ਉਸ ਜਗ੍ਹਾ ਦਾ ਨਾਮ ਨਨਕਾਣਾ ਪਿਆ। ਰਾਏ ਭੋਏ ਦੀ ਤਲਵੰਡੀ, ਜਿੱਥੋਂ ਦਾ ਰਾਜਾ ਰਾਏ ਬੁਲਾਰ ਸੀ, ਉਸ ਨਗਰ ਦੇ ਵਿੱਚ ਟਿਗ ਲਾਹੌਰ ਉਹ ਕਸੂਰੇ ਦਾਏ। ਜੋ ਲਾਹੌਰ ਤੇ ਕਸੂਰ ਦੇ ਨੇੜੇ ਹੈ, ਲਾਹੌਰ ਕਸੂਰ ਵਾਲੀ ਜਿਹੜੀ ਰਸਤਾ ਹੈ, ਤਰਫ ਹੈ, ਉਸ ਪਾਸੇ ਉਹ ਨਗਰ ਹੈ ਰਾਏ ਭੋਏ ਦੀ ਤਲਵੰਡੀ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 1526 ਸੰਮਤ ਬਿਕਰਮੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਪ੍ਰਕਾਸ਼ ਧਾਰਨ ਕੀਤਾ। ਖੱਤਰੀ ਜਾਤ ਉਸ ਬੇਦੀ ਕਹਾਏ। ਬੇਦੀਆਂ ਦੀ ਕੁੱਲ ਵਿੱਚ ਖੱਤਰੀਆਂ ਦਾ ਇੱਕ ਗੋਤ ਹੈ ਬੇਦੀ। ਬੇਦੀਆਂ ਦੀ ਕੁੱਲ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਗਟੇ ਹਨ। ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜੈ ਤਹ ਭਏ ਸਹਾਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਦੀ ਕੁਲ ਕੇਤ ਹਨ। ਬੇਦੀਆਂ ਦੇ ਗ੍ਰਹਿ ਵਿਖੇ ਬੇਦੀਆਂ ਦੀ ਕੁਲ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ। ਲਿਓ ਅਵਤਾਰ ਇਸੈ ਕੁਲ ਮਾਏ। ਇਸੇ ਬੇਦੀਆਂ ਦੀ ਕੁਲ ਵਿੱਚ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਬੇਦੀਆਂ ਦੀ ਕੁਲ ਨੂੰ ਭਾਗ ਲਾਏ। ਹੁਤੀ ਕੁਲੈ ਵੈ ਅਤ ਧਰਮਕਾਰੀ। ਬੇਦੀਆਂ ਦੀ ਜਿਹੜੀ ਇਹ ਕੁਲ ਸੀ, ਧਰਮਕਾਰੀ ਕੁਲ ਸੀ। ਇਹ ਕੈਪਟਨ ਮਰੇ, ਇਹ ਬੇਦੀਆਂ ਦੀ ਕੁਲ ਕੋਈ ਸਧਾਰਨ ਕੁਲ ਨਹੀਂ ਸੀ, ਬੜੀ ਸ੍ਰੇਸ਼ਟ ਕੁਲ ਕਹੀ ਜਾ ਸਕਦੀ, ਕਿਉਂਕਿ ਧਰਮੀ ਕਰਮੀ ਲੋਕ ਸਨ। ਬੇਦੀ ਬਣੇ ਹੀ ਵੇਦ ਪੜਨ ਕਰਕੇ ਸਨ। ਜਿਨ੍ਹਾਂ ਵੇਦ ਪੜ੍ਹੇ, ਵੇਦਾਂ ਦਾ ਪਾਠ ਕੀਤਾ, ਵੇਦਾਂ ਦਾ ਅਧਿਐਨ ਕੀਤਾ, ਉਹ ਬੇਦੀ ਹੋ ਗਏ। ਇਹ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦਸਮ ਬਾਣੀ ਚ ਬਚਨ ਲਿਖੇ ਨੇ। ਤੋ ਬੇਦੀ ਜਿਹੜੇ ਨੇ ਬੜੇ ਧਰਮੀ ਕਰਮੀ ਕੁੱਲ ਵਾਲੇ ਸਨ, ਜਿਸ ਕੁੱਲ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਜਿਨ ਮੈਂ ਨਾਨਕ ਜਨਮ ਲਿਓ। ਬੇਦੀਆਂ ਦੀ ਇਸ ਧਰਮੀ ਕੁੱਲ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਪ੍ਰਕਾਸ਼ ਧਾਰਨ ਕੀਤਾ। ਆਪ ਪਰਮੇਸ਼ਰ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋ ਕੇ ਆਏ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਦੇ ਇੱਕ ਰੋਮ ਚ ਕਰੋੜਾਂ ਬ੍ਰਹਮੰਡ ਵਸਦੇ ਨੇ, ਐਸੇ ਪਾਰ ਬ੍ਰਹਮ ਪਰਮੇਸ਼ਰ ਨੇ ਮਾਨਵੀ ਸਰੀਰ ਧਾਰਨ ਕੀਤਾ, ਗੁਰੂ ਨਾਨਕ ਰੂਪ ਹੋ ਕੇ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਖੁਦ ਜੋਤੀ ਸਵਰੂਪ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਨਾਮ ਕਹਾਉਣਾ ਕੀਤਾ। ਸਤਯੁਗ ਮੈਂ ਜੋਗ ਥਾ ਭਇਓ। ਕਹਿੰਦੇ ਜਿਹੜਾ ਸਤਯੁਗ ਦਾ ਸਮਾਂ ਸੀ, ਸਤਯੁਗ ਦੇ ਸਮੇਂ ਯੋਗ ਆਦਿਕ ਦੇ ਜਿਹੜੇ ਕਰਮ ਕਾਂਡ ਸਨ, ਉਹ ਜ਼ਿਆਦਾ ਫਲੀਭੂਤ ਸਨ। ਜੈ ਮਦ ਜਨਮ ਸੋ ਨਰ ਸਿੰਘ ਲਇਓ। ਸਤਯੁਗ ਦੇ ਸਮੇਂ ਨਰ ਸਿੰਘ ਦਾ ਅਵਤਾਰ ਹੋਇਆ। ਪ੍ਰਹਿਲਾਦ ਜੀ ਦਾ ਜਨਮ ਸਤਯੁਗ ਵਿੱਚ ਮੰਨਿਆ ਹੈ। ਬਕਾਇਦਾ ਲਾਹੌਰ ਤੋਂ ਕੁਝ ਦੂਰ ਪਰੇ ਮੁਲਤਾਨ ਦੇ ਇਲਾਕੇ ਵਾਲੇ ਪਾਸੇ ਭਗਤ ਪ੍ਰਹਿਲਾਦ ਜੀ ਦਾ ਮੰਦਿਰ ਵੀ ਹੈ, ਜੋ ਹੁਣ ਲਹਿੰਦੇ ਪੰਜਾਬ ਵਿੱਚ ਹੈ। ਸਤਯੁਗ ਦੇ ਵਿੱਚ ਨਰ ਸਿੰਘ ਦਾ ਅਵਤਾਰ ਹੋਇਆ ਹੈ। ਉਹ ਤ੍ਰੇਤੇ ਮੈਂ ਜੋਗ ਪਇਓ ਜੋ। ਕਹਿੰਦੇ ਫਿਰ ਤ੍ਰੇਤੇ ਯੁੱਗ ਦਾ ਜਦੋਂ ਯੋਗ ਹੋਇਆ, ਤ੍ਰੇਤੇ ਯੁੱਗ ਦਾ ਸਮਾਂ ਆਇਆ, ਰਾਮ ਜਨਮ ਮਦ ਧਾਰਿਓ ਸੋ। ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮਚੰਦਰ ਜੀ ਨੇ ਅਵਤਾਰ ਧਾਰਨ ਕੀਤਾ, ਜਨਮ ਲਿਆ। ਦੁਆਪਰ ਜਨਮਿਓ ਕ੍ਰਿਸ਼ਨ ਜੋਗ ਸਿਧ। ਦੁਆਪਰ ਦਾ ਯੋਗ ਸਮਾਂ ਆਇਆ ਤੇ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਸਤਯੁਗ ਤਾ ਮਾਣਿਓ ਛਲਿਓ ਬਲ ਬਾਵਨ ਭਾਇਓ। ਤ੍ਰੇਤਾ ਤਾ ਮਾਣਿਓ ਰਾਮ ਰਗਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਕਹਿੰਦੇ ਇਸ ਪ੍ਰਕਾਰ ਨਾਲ ਦੁਆਪਰ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ। ਨਾਨਕ ਜਨਮ ਕੁਲ ਮਿਲੀ ਸੋ। ਕਹਿੰਦੇ ਕਲਯੁਗ ਵਿੱਚ ਆਪ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕਰਕੇ ਅਵਤਾਰ ਧਾਰਨ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ
ਗੁਰੂ ਨਾਨਕ ਰੂਪ ਹੋ ਕੇ ਕਲੀ ਕਾਲ ਦੇ ਸਮੇਂ ਵਿੱਚ ਅਵਤਾਰ ਧਾਰਨ ਕੀਤਾ। ਪਿਤਾ ਨਾਮ ਤੋ ਕਾਲੂ ਦਾਸ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਭਾਈ ਬਾਬਾ ਮਹਿਤਾ ਕਾਲੂ ਜੀ, ਕਲਿਆਣ ਦਾਸ ਜੀ ਮਹਿਤਾ ਕਾਲੂ ਜੀ। ਮਾਤਾ ਨਾਮ ਤੋ ਤ੍ਰਿਪਤੋ ਤਾਸ। ਔਰ ਮਾਤਾ ਤ੍ਰਿਪਤਾ ਜੀ ਹਨ। ਦੋਹਰਾ ਧਰਮ ਮਾਏ ਹੋਵਤ ਕਨੇ, ਧਨ ਮੈਂ ਤੇ ਕਿਛ ਊਨ। ਕਹਿੰਦੇ ਧਰਮ ਦੇ ਵਿੱਚ ਬੜੇ ਪੱਕੇ ਸਨ ਪਿਤਾ ਮਹਿਤਾ ਕਾਲੂ ਜੀ। ਧਰਮੀ ਕਰਮੀ ਸੀ, ਬੇਦੀਆਂ ਦੀ ਕੁੱਲ ਵਿੱਚੋਂ ਸਨ। ਤੋ ਵੇਦੀਆਂ ਦੀ ਕੁੱਲ ਧਰਮੀਆਂ ਕਰਮੀਆਂ ਦੀ ਕੁੱਲ ਸੀ, ਪਰ ਧਨ ਕਰਕੇ ਘਰੋਂ ਕੋਈ ਬਹੁਤੇ ਚੰਗੇ ਸ਼ਾਹੂਕਾਰ ਨਹੀਂ ਸਨ। ਪਟਵਾਰੀ ਦੀ ਕਿਰਤ ਕਰਦੇ ਸੀ। ਰਾਏ ਬੁਲਾਰ ਦੇ ਤਕਰੀਬਨ 20 ਪਿੰਡ ਸਨ। ਉਹਨਾਂ 20 ਪਿੰਡਾਂ ਦੀ ਪਟਵਾਰੀ ਦੀ ਕਿਰਤ, ਜ਼ਿਮੀਂਦਾਰੀ ਦੀ ਕਿਰਤ, ਲੋਕਾਂ ਕੋਲੋਂ ਮਾਮਲਾ ਆਦਿਕ ਲੈਣ ਦੀ ਕਿਰਤ ਉਹ ਪਿਤਾ ਮਹਿਤਾ ਕਾਲੂ ਜੀ ਕਰਿਆ ਕਰਦੇ ਸੀ। ਕਹਿੰਦੇ ਧਨ ਕਰਕੇ ਕੋਈ ਬਹੁਤੇ ਸ਼ਾਹੂਕਾਰ ਨਹੀਂ ਸਨ। ਕਿਛ ਕੁਲ ਕੋ ਕੁਛ ਓਨੇ ਕੋ, ਆਏ ਪ੍ਰਗਟਿਓ ਵੱਡ ਪੂਨ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਨਾ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ, ਕੁਝ ਮਹਿਤਾ ਕਾਲੂ ਦੇ ਪੁੰਨ ਕਰਮ ਜਿਨ੍ਹਾਂ ਦੇ ਗ੍ਰਹਿ ਵਿਖੇ ਜਗਤ ਗੁਰੂ ਬਾਬਾ ਜੀ ਆਏ ਨੇ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਗਟ ਹੋਣ ਦਾ ਵੱਡਾ ਪੁੰਨ ਪ੍ਰਗਟ ਹੋਇਆ। ਪਲ ਸਾਇਤੋ ਪਲ ਕੜੀ। ਕਹਿੰਦੇ ਭਲੀ ਘੜੀ ਆਈ, ਉਹ ਸਮਾਂ ਭਲਾ ਆਇਆ। ਭਲੇ ਨਿਛਤਰ ਜੋਗ। ਕਹਿੰਦੇ ਨਛੱਤਰ ਭਲਾ ਸੀ ਤੇ ਉਹਨਾਂ ਦੇ ਯੋਗ ਦੇ ਨਛੱਤਰ ਦਾ ਯੋਗ ਵੀ ਭਲਾ ਸੀ। ਭਲੀ ਰਾਸ ਉਹ ਗ੍ਰਹਿ ਭਲੇ। ਉਹ ਰਾਸ ਭਲੀ ਸੀ, ਉਹ ਗ੍ਰਹਿ ਭਲਾ ਹੈ। ਔਸਰ ਭਲੇ ਸੰਜੋਗ। ਔਰ ਉਹ ਸਮਾਂ ਉਹ ਅਵਸਰ ਭਲਾ ਹੈ। ਜਨਮ ਤਈ ਤੈ ਮਾਤ ਪਿਤ, ਵੱਡਿਓ ਬਹੁਤ ਪ੍ਰਤਾਪ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਧਾਰਨ ਨਾਲ ਹੀ ਪਿਤਾ ਜੀ ਔਰ ਮਾਤਾ ਜੀ ਦਾ ਵੱਡਾ ਪ੍ਰਤਾਪ ਸਾਰੇ ਪਾਸੇ ਵੱਧ ਗਿਆ। ਉਹਨਾਂ ਦੀ ਸੋਭਾ ਸੰਸਾਰ ਦੇ ਵਿੱਚ ਪ੍ਰਗਟ ਹੋ ਗਈ। ਰਿੱਧ ਸਿੱਧ ਨੌ ਨਿਧ ਯੁੱਤ, ਦਿਓ ਭੂਮ ਤਨ ਆਪ। ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇ ਸਹਿਤ ਬਹੁਤ ਸਾਰੀ ਭੂਮੀ ਆਦਿਕ ਧਨ ਦਾ ਦਾਨ ਉਹ ਸੋਤੇ ਸੇਧੀ ਪਿਤਾ ਜੀ ਹੋਣਾ ਨੂੰ ਪ੍ਰਾਪਤ ਹੋ ਗਿਆ। ਚੋਪਈ ਆਵਿਲ ਗੱਡਨ ਕੋ ਪ੍ਰਿਥੀ ਖੁਣਾਈ। ਕਹਿੰਦੇ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਬਾਅਦ ਜਿਹੜੀ ਬਾਲਕ ਦੀ ਆਵਲ ਹੁੰਦੀ ਹੈ, ਉਹ ਆਵਲ ਲੈ ਕੇ ਦੱਬਣ ਵਾਸਤੇ ਮਿੱਟੀ ਦੀ ਖੁਦਾਈ ਕਰਕੇ ਦੱਬਣ ਜਾ ਰਹੇ ਸਨ। ਤਹਾਂ ਦਰਬ ਤਿਸ ਨਦਰੀ ਆਈ। ਕਹਿੰਦੇ ਜਦੋਂ ਖੁਦਾਈ ਕੀਤੀ ਤੇ ਥੱਲਿਓ ਮਾਇਆ ਦੇ ਖੁੱਲੇ ਗੱਫੇ ਪਿਤਾ ਜੀ ਨੂੰ ਉਸੇ ਦਿਨ ਹੀ ਪ੍ਰਗਟ ਪ੍ਰਾਪਤ ਹੋ ਗਏ। ਖੁਦਾਈ ਦੇ ਦੌਰਾਨ, ਕਿਉਂਕਿ ਧਨ ਦੇ ਮਾਲਕ ਆਪ ਸਵਾਮੀ ਗੁਰੂ ਨਾਨਕ ਪਾਤਸ਼ਾਹ ਨੇ ਲక్ష్ਮੀ ਖੜੀ ਜਾ ਕੇ ਦਰਬਾਰਾ, ਸਰਬ ਦੇਵਤੇ ਕਰਹਿ ਨਮਸਕਾਰਾ। ਮਹਾਰਾਜ ਜੀ ਦੀ ਦਾਸੀ ਹੈ ਸਾਰੀ ਮਾਇਆ ਸੰਸਾਰ ਵਿੱਚ ਜਿਹੜੀ ਵਰਤਦੀ ਹੈ। ਤੋ ਕਹਿੰਦੇ ਜਿਸ ਵੇਲੇ ਪਿਤਾ ਜੀ ਨੇ ਜ਼ਮੀਨ ਦੀ ਖੁਦਾਈ ਕੀਤੀ ਆਵਲ ਦੱਬਣ ਲਈ, ਤੇ ਥੱਲਿਓ ਧਨ ਦੀ ਗਾਗਰ ਭਰੀ ਹੋਈ ਪ੍ਰਾਪਤ ਹੋਈ। ਮਾਤ ਪਿਤਾ ਦਿਲ ਵਧਿਓ ਹੁਲਾਸ। ਮਾਤਾ ਤੇ ਪਿਤਾ ਜੀ ਦੇ ਮਨ ਚ ਉਸੇ ਦਿਨ ਹੀ ਵੱਡਾ ਭਾਰੀ ਹੁਲਾਸ ਵਧਿਆ। ਪੰਡਤ ਸਦ ਪੁੱਛਿਓ ਵੱਡ ਖਾਸ। ਬੇਦੀਆਂ ਦੀ ਕੁੱਲ ਦੇ ਪੰਡਤ ਸਨ ਪੰਡਤ ਹਰਦਿਆਲ ਜੀ। ਪੰਡਤ ਹਰਦਿਆਲ ਜੀ ਨੂੰ ਪਿਤਾ ਜੀ ਹੋਣਾ ਨੇ ਸੱਦ ਕੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਬਣਾਉਣ ਵਾਸਤੇ ਕਿਹਾ, ਕਿਉਂਕਿ ਪਿਤਾ ਜੀ ਹੋਣੀ ਤਾਂ ਉਹ ਪ੍ਰਾਤਨ ਰੀਤੀਆਂ ਦੇ ਧਾਰਨੀ ਸੀ ਜੋ ਬੇਦੀਆਂ ਦੀਆਂ ਸੀ। ਪੰਡਤ ਹਰਦਿਆਲ ਨੂੰ ਸੱਦ ਕੇ ਕਿਹਾ ਕਿ ਤੂੰ ਟੇਵਾ ਲਾ ਕੇ ਵੇਖ। ਦੋਹਰਾ ਪੰਡਤ ਟੇਵਾ ਲਿਖ ਤਰਿਓ, ਮਨ ਮੈਂ ਵੱਡ ਸੁਖ ਪਾਏ। ਪੰਡਤ ਜੀ ਨੇ ਟੇਵਾ ਲਾਇਆ ਤੇ ਜਨਮ ਕੁੰਡਲੀ ਬਣਾਈ ਮਹਾਰਾਜ ਜੀ ਦੀ, ਜਨਮ ਪੱਤਰਕਾ ਕਹਿੰਦੇ ਉਹ ਬਣਾਈ ਤੇ ਬੜਾ ਖੁਸ਼ ਹੋਇਆ ਪੰਡਤ ਹਰਦਿਆਲ। ਇਹਦੇ ਵੀ ਪੁੰਨ ਕਰਮ ਸਨ ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਇਹਨਾਂ ਨੂੰ ਦਰਸ਼ਨ ਹੋ ਰਹੇ ਨੇ, ਸਵੈੰਗ ਪਰਮੇਸ਼ਰ ਦੇ ਦਰਸ਼ਨ ਹੋ ਰਹੇ ਨੇ ਬਾਲ ਰੂਪ ਵਿੱਚ। ਤੋ ਪੰਡਤ ਹਰਦਿਆਲ ਜੀ ਬੜੇ ਖੁਸ਼ ਹੋਏ। ਜਨਮ ਪੱਤਰੀ ਪੜ੍ਹ ਕੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਹੈ।
ਹਾਂਜੀ। ਮੁੜ ਮੁੜ ਬਾਲਕ ਰੂਪ ਲਖ ਮੰਦ ਮੰਦ ਮੁਸਕਾਏ। ਕਹਿੰਦੇ ਬਾਰ-ਬਾਰ ਪੰਡਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਦੇ ਰੂਪ ਨੂੰ ਵੇਖਦੇ ਜਦੋਂ ਜਨਮ ਪੱਤਰੀ ਬਣਾਉਣ ਆਏ, ਤੇ ਜਦੋਂ ਮਹਾਰਾਜ ਜੀ ਵੱਲ ਵੇਖਦੇ ਤੇ ਗੁਰੂ ਨਾਨਕ ਸਾਹਿਬ ਜੀ ਮੁਸਕਰਾਉਂਦੇ ਵੇਖ ਕੇ ਪੰਡਤ ਹਰਦਿਆਲ ਵੱਲ। ਇਹ ਤਾਂ ਇੱਕ ਦਿਨ ਦਾ ਬਾਲਕ ਕਦੇ ਮੁਸਕਰਾਉਂਦਾ ਨਹੀਂ ਹੈ। ਬਾਲਕ ਨੂੰ ਮੁਸਕਰਾਉਣ ਵਾਸਤੇ ਕੁਝ ਦਿਨ ਲੱਗਦੇ ਹਨ, ਪਰ ਪਹਿਲੇ ਦਿਨ ਦੇ ਵਿੱਚ ਹੀ ਮਹਾਰਾਜ ਜੀ ਮੁਸਕਰਾ ਰਹੇ ਨੇ ਔਰ ਜਨਮ ਲੈਂਦੇ ਹੀ ਮੁਸਕਰਾ ਰਹੇ ਨੇ। ਵੇਖ ਕੇ ਦਾਈ ਦੌਲਤਾਂ ਵੀ ਹੈਰਾਨ ਸੀ। ਤੋ ਪੰਡਤ ਹਰਦਿਆਲ ਜੀ ਬਾਰੰਬਾਰ ਮੱਥਾ ਟੇਕਦੇ, ਹੋਵੇ ਨਾ ਹੋਵੇ ਇਹ ਕੋਈ ਅਵਤਾਰੀ ਪੁਰਸ਼ ਹਨ, ਇਹ ਕੋਈ ਪੈਗੰਬਰ ਹਨ, ਇਹ ਕੋਈ ਮਹਾਨ ਵਲੀ ਪੁਰਸ਼ ਹਨ। ਏਦਾਂ ਪੰਡਤ ਹਰਦਿਆਲ ਜੀ ਆਪਣੇ ਮਨ ਹੀ ਮਨ ਅੰਦਾਜ਼ਾ ਲਾਉਂਦੇ ਤੇ ਨਾਲੇ ਅਰਦਾਸ ਕਰਦੇ, ਰੱਬ ਜੀ, ਅਕਾਲ ਪੁਰਖ ਜੀ, ਮੇਰੀ ਜ਼ਿੰਦਗੀ ਇੰਨੀ ਕੁ ਰੱਖ ਲਿਓ ਕਿ ਜਦੋਂ ਇਹ ਵੱਡੇ ਹੋਣ ਤੇ ਮੈਂ ਇਹਨਾਂ ਦੇ ਦਰਸ਼ਨ ਕਰਕੇ ਇਹਨਾਂ ਦਾ ਉਪਦੇਸ਼ ਲੈ ਸਕਾਂ। ਇੰਨੀ ਕੁ ਮੈਨੂੰ ਉਮਰ ਦੇ ਦਿਓ ਜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਡਤ ਹਰਦਿਆਲ ਨੂੰ, ਉਹ ਸਮਾਂ ਵੀ ਆਇਆ ਨਾ ਜਦੋਂ ਜਨੇਊ ਪਾਉਣ ਪਾਤਸ਼ਾਹ ਦੇ ਕੋਲ ਆ ਕੇ ਬੈਠਾ ਤੇ ਫਿਰ ਮੇਰੇ ਸਾਹਿਬ ਨੇ ਇਹਨੂੰ ਉਪਦੇਸ਼ ਦਿੱਤਾ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹ ਪਾਵਨ ਬਚਨ ਮਹਾਰਾਜ ਜੀ ਨੇ ਪੰਡਤ ਹਰਦਿਆਲ ਜੀ ਦੇ ਪਰਥਾਏ ਉਚਾਰਨ ਕੀਤਾ। ਹਾਂਜੀ। ਚੌਪਈ ਟੇਵਾ ਪੰਡਤ ਧਰਿਓ ਲਿਖਾਏ। ਜਦੋਂ ਸਾਰੀ ਜਨਮ ਪੱਤਰੀ ਪੰਡਤ ਜੀ ਨੇ ਬਣਾ ਕੇ ਰੱਖੀ, ਦਿਓ ਮਾਤ ਪਿਤ ਬਹੁ ਸਮਝਾਏ। ਔਰ ਮਾਤਾ ਜੀ ਔਰ ਪਿਤਾ ਜੀ, ਮਾਤਾ ਤ੍ਰਿਪਤਾ ਜੀ ਔਰ ਪਿਤਾ ਜੀ ਮਹਿਤਾ ਕਾਲੂ ਜੀ ਨੂੰ ਪੰਡਤ ਹਰਦਿਆਲ ਨੇ ਸਮਝਾਇਆ। ਪੰਡਤ ਕੈ ਇਸ ਅਦਬ ਰਖਾਇਓ। ਪੰਡਤ ਜੀ ਕਹਿਣ ਲੱਗੇ, ਪਟਵਾਰੀ ਸਾਹਿਬ, ਇਸ ਬਾਲਕ ਨੂੰ ਸਧਾਰਨ ਬਾਲਕ ਨਾ ਜਾਣਿਓ, ਇਹਨਾਂ ਦਾ ਪੂਰਨ ਅਦਬ ਰੱਖਿਓ, ਇਹਨਾਂ ਦਾ ਪੂਰਨ ਸਤਕਾਰ ਤੇ ਅਦਬ ਆਪਣੇ ਹਿਰਦੇ 'ਚ ਰੱਖਿਓ। ਇਹ ਕੋਈ ਪੁਰਖ ਪੂਰਨ ਹੈ ਆਇਓ। ਇਹ ਕੋਈ ਪੂਰਨ ਪੁਰਖ ਹੈ ਜਿਹੜਾ ਤੁਹਾਡੇ ਘਰ ਅਵਤਰਤ ਹੋਇਆ। ਨਿਕਲੰਕ ਜਨ ਇਹ ਭਇਓ ਆਪ। ਇਹ ਨਿਕਲੰਕੀ ਹੈ ਇਸ ਸੰਸਾਰ ਦੇ ਵਿੱਚ, ਆਪ ਹੀ ਨਿਕਲੰਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੋ ਨਿਸ਼ਕਲੰਕ ਹੈ, ਦੋਸ਼ ਬਿਨਾ ਉਹੀ ਹਨ। ਜਾਪਤ ਇਸ ਕੋ ਇਤੋ ਪ੍ਰਤਾਪ। ਇਹਨਾਂ ਦਾ ਐਡਾ ਵੱਡਾ ਪ੍ਰਤਾਪ ਜਾਣਿਆ ਜਾ ਰਿਹਾ, ਇਹਨਾਂ ਦੇ ਜਨਮ ਸਮੇਂ ਹੀ ਜਾਣਿਆ ਜਾ ਰਿਹਾ ਹੈ। ਨਕਾਰ ਅਛਰ ਉਨ ਮੋਰੇ ਤਰਾਇਓ। ਕਹਿੰਦੇ ਉਹਨਾਂ ਪੰਡਤ ਹਰਦਿਆਲ ਨੇ ਨਾਮ ਰੱਖਿਆ, ਨਕਾਰ ਅੱਖਰ ਕਹੀਏ, ਨੰਨਾ ਅੱਖਰ ਪਹਿਲਾਂ ਮੂਹਰੇ ਧਰ ਕੇ। ਨਿਕਲੰਕ ਤੇ ਨਾਨਕ ਕਹਿਵਾਇਓ। ਕਹਿੰਦੇ ਨਿਸ਼ਕਲੰਕ ਪਰਮੇਸ਼ਰ ਦਾ ਅਵਤਾਰ ਨੇ ਇਹ, ਇਸ ਕਰਕੇ ਉਹਨੇ ਨੰਨਾ ਅੱਖਰ ਮੂਹਰੇ ਰੱਖ ਕੇ ਨਾਮ ਰੱਖਿਆ ਨਾਨਕ। ਨਿਸ਼ਕਲੰਕ ਕਿਉਂਕਿ ਨਿਹਕਲੰਕ ਦਾ ਪਹਿਲਾ ਅੱਖਰ ਨੰਨਾ ਹੈ ਨਾ। ਕਹੇ ਵੇਖਿਆ ਵੀ ਇਹ ਨਿਹਕਲੰਕੀ ਨੇ, ਅਕਾਲ ਪੁਰਖ ਦਾ ਅਵਤਾਰ ਨੇ ਨਾ। ਪਰਮੇਸ਼ਰ ਨੂੰ ਨਿਹਕਲੰਕ ਕਿਹਾ ਨਾ ਗੁਰਬਾਣੀ ਵਿੱਚ, ਸਤਿਗੁਰਾਂ ਨੇ ਨਿਹਕਲੰਕ ਕਿਹਾ। ਤੂੰ ਨਿਹਕਲੰਕ ਜੋ ਅਕਾਲ ਪੁਰਖ ਪਰਮੇਸ਼ਰ, ਉਹਦਾ ਨੰਨਾ ਅੱਖਰ ਲੈ ਕੇ ਨਾਂ ਰੱਖਿਆ ਪੰਡਤ ਜੀ ਨੇ ਨਾਨਕ। ਨਾਨਕ ਦੇ ਅਰਥ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤੇ ਹਨ ਬੜੇ ਵਿਸਥਾਰ ਸਹਿਤ। ਇਸ ਕਥਾ ਦੀ ਸਮਾਪਤੀ ਤੋਂ ਬਾਅਦ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਉਹ ਬਚਨ ਸਾਰੇ ਆਉਣਗੇ, ਪ੍ਰਾਰੰਭ ਕਰਾਂਗੇ ਗੁਰੂ ਸਾਹਿਬ ਦੀ ਦਇਆ ਨਾਲ। ਤੋ ਨਾਨਕ ਪਦ ਦਾ ਅਰਥ ਹੈ ਨੰਨੇ ਤੋਂ ਨਿਹਕਲੰਕ ਨੰਨਾ ਅੱਖਰ ਰੱਖ ਕੇ ਨਾਨਕ ਰੱਖਿਆ। ਜਿਨ੍ਹਾਂ ਵਰਗਾ ਕੋਈ ਨਹੀਂ, ਜੋ ਕੋ ਪਾਵੇ ਦਰਸ਼ਨ ਆਏ। ਪੰਡਤ ਜੀ ਕਹਿ ਰਹੇ ਨੇ ਪਹਿਲੇ ਦਿਨ ਹੀ, ਕਹਿੰਦੇ ਜਿਹੜਾ ਕੋਈ ਮਾਈ ਭਾਈ ਇਹਨਾਂ ਦੇ ਆ ਕੇ ਦਰਸ਼ਨ ਕਰੇਗਾ, ਇਹਨਾਂ ਦੇ ਦੀਦਾਰ ਕਰੇਗਾ, ਹੋਏ ਪ੍ਰਸੰਨ ਬਹੁ ਮੋਇਓ ਜਾਏ। ਕਹਿੰਦੇ ਉਹਦਾ ਹਿਰਦਾ ਖੇੜੇ ਨਾਲ ਖਿੜ ਜਾਏਗਾ, ਉਹਨੂੰ ਸਾਰੀਆਂ ਬਰਕਤਾਂ ਪ੍ਰਾਪਤ ਹੋ ਜਾਣਗੀਆਂ। ਜਿਹੜਾ ਇਹਨਾਂ ਦੇ ਸੋਹਣੇ ਸਰੂਪ ਦੇ ਦਰਸ਼ਨ ਕਰੇਗਾ ਉਹਦਾ ਮਨ ਹੀ ਮੋਹਿਆ ਜਾਏਗਾ। ਐਸਾ ਇਹਨਾਂ ਦਾ ਸਰੂਪ ਹੈ ਕਿ ਜਿਹੜਾ ਵੇਖੇਗਾ ਇਹਨਾਂ ਨੂੰ ਆ ਕੇ ਦਰਸ਼ਨ ਕਰੇਗਾ, ਉਹਦਾ ਮਨ ਮੋਹ ਲੈਣਗੇ, ਉਹਦਾ ਮਨ ਹੀ ਮੋਹਿਆ ਜਾਏਗਾ। ਇਹ ਮੋਹਨ ਹਨ। ਤਾਰਿਆ ਜਹਾਨ ਲਿਆ ਬਿਮਾਨ,
ਜਿਨੀ ਦਰਸ਼ਨ ਪਾਇਆ। ਜਿਨ੍ਹਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਨੂੰ ਮਹਾਰਾਜ ਜੀ ਨੇ ਇਸ ਜਹਾਨ ਤੋਂ ਤਾਰ ਦਿੱਤਾ, ਉਹਨਾਂ ਦਾ ਅਭਿਮਾਨ ਦੂਰ ਕਰਕੇ, ਉਹਨਾਂ ਦਾ ਹੰਕਾਰ ਦੂਰ ਕਰਕੇ ਇਹ ਸੰਸਾਰ ਤੋਂ ਸਤਿਗੁਰਾਂ ਨੇ ਉਹਨਾਂ ਨੂੰ ਪਾਰ ਉਤਾਰ ਦਿੱਤਾ। ਜਿਨੀ ਤੁਧ ਨੂੰ ਧਨ ਕਿਆ, ਤਿਨ ਜਮ ਨੇੜ ਨ ਆਇਆ। ਜਿਨ੍ਹਾਂ ਨੇ ਆਖਿਆ, ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧਨ ਹੋ, ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧਨ ਹੋ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਧਨ ਕਿਹਾ ਨਾ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਕਈ ਵਾਰ ਬੋ ਦੇਖਿਓ ਚਾਹੇ, ਕਹਿੰਦੇ ਕਈ ਵਾਰ ਵੇਖਣਾ ਚਾਹਿਆ, ਦੇਖਤ ਦਰਸ਼ਨ ਉਸ ਤ੍ਰਿਪਤ ਹੈ। ਜਿਹੜਾ ਕੋਈ ਦਰਸ਼ਨ ਕਰਦਾ ਸੀ, ਹੇ ਕੈਪਟਨ ਮਰੇ ਮੈਂ ਤੈਨੂੰ ਕੀ ਦੱਸਾਂ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਨੂੰ। ਜਿਹੜਾ ਇੱਕ ਵਾਰੀ ਆ ਕੇ ਦਰਸ਼ਨ ਕਰਦਾ ਸੀ, ਉਹਦਾ ਦਿਲ ਕਰਦਾ ਸੀ ਫੇਰ ਦਰਸ਼ਨ ਕਰਾਂ, ਦੁਬਾਰਾ ਦਰਸ਼ਨ ਕਰਕੇ ਉਹ ਕਹਿੰਦਾ ਸੀ ਫੇਰ ਕਰਾਂ। ਯਾਨੀ ਕਿ ਇੱਕ ਵਾਰ ਦਰਸ਼ਨ ਕਰਕੇ ਮਨ ਨਹੀਂ ਸੀ ਰੱਜਦਾ, ਜਿਹੜਾ ਦਰਸ਼ਨ ਕਰਨ ਆਉਂਦਾ ਸੀ ਉਹਦਾ ਮਨ ਕਰਦਾ ਸੀ ਬਾਰ-ਬਾਰ ਦਰਸ਼ਨ ਕਰੀ ਜਾਈਏ। ਇਹੋ ਜੇ ਸਨ ਸਾਡੇ ਸੁਆਮੀ, ਸਾਡੇ ਪਾਤਸ਼ਾਹ। ਦੋਹਰਾ ਕਉ ਕਈਏ ਪਇਓ ਸਿਧ, ਕਉ ਕਈ ਅਵਤਾਰ। ਉਹਨਾਂ ਦੇ ਬਚਪਨ ਸਮੇਂ ਹੀ ਲੋਕਾਂ ਨੇ ਵੱਖੋ ਵੱਖਰੀਆਂ ਗੱਲਾਂ ਕੀਤੀਆਂ ਦਾ ਅਜੇ ਲਾਏ। ਕਿਸੇ ਨੇ ਆਖਿਆ ਇਹ ਕੋਈ ਬੜਾ ਸਿੱਧ ਪੁਰਸ਼ ਹੈ। ਨਨਕਾਣਾ ਸਾਹਿਬ 'ਚ ਕਨਸੂਆਂ ਹੁੰਦੀਆਂ, ਕੋਈ ਕਹਿੰਦਾ ਇਹ ਕੋਈ ਬੜਾ ਵੱਡਾ ਮਹਾਨ ਸਿੱਧ ਹੈ, ਕੋਈ ਕਹਿੰਦਾ ਇਹ ਕੋਈ ਅਵਤਾਰੀ ਪੁਰਸ਼ ਹਨ। ਕਉ ਕਈ ਪਾਤਸ਼ਾਹੀਏ ਹੋ ਗੋ ਛਤਰ ਤਾਰ। ਕੋਈ ਕਹਿੰਦਾ ਵੀ ਇਹ ਕੋਈ ਵੱਡਾ ਹੋ ਕੇ ਛਤਰਪਤੀ, ਚੱਕਰਵਰਤੀ, ਰਾਜਾ ਹੋਵੇਗਾ, ਬਾਦਸ਼ਾਹ ਹੋਵੇਗਾ, ਪਾਤਸ਼ਾਹ ਹੋਵੇਗਾ। ਏਦਾਂ ਗੱਲਾਂ ਹੁੰਦੀਆਂ। ਚੋਪਈ ਧਨਵਾਨ ਕਹੇ ਦਈਏ ਆਹੇ। ਜਿਹੜੇ ਧਨਵਾਨ ਸਨ ਨਾ, ਧਨ ਵਾਲੇ, ਉਹ ਕਹਿੰਦੇ ਸੀ ਸਾਨੂੰ ਜਿਹੜਾ ਧਨ ਹੈ ਗੁਰੂ ਨਾਨਕ ਸਾਹਿਬ ਨੇ ਦਿੱਤਾ। ਜਿਹੜੇ ਧਨਵਾਨ ਉਹ ਆਉਂਦੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਨ ਤੇ ਕਹਿੰਦੇ ਸਾਨੂੰ ਜਿਹੜਾ ਇਹ ਧਨ ਹੈ ਇਹ ਗੁਰੂ ਨਾਨਕ ਸਾਹਿਬ ਨੇ ਦਿੱਤਾ। ਨਿਰਧਨ ਕਹੇ ਧਨ ਇਤ ਸੇਵ ਆਏ। ਜਿਹੜੇ ਨਿਰਧਨ ਨੇ ਉਹ ਆਉਂਦੇ ਤੇ ਕਹਿੰਦੇ ਅਸੀਂ ਤਾਂ ਆਏ ਆ ਕਿ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਸਾਨੂੰ ਧਨ ਦੀ ਪ੍ਰਾਪਤੀ ਹੋ ਜਾਏ। ਧਨਵਾਨ ਆਉਂਦੇ ਸ਼ੁਕਰਾਨਾ ਕਰਨ, ਜਿਹੜੇ ਨਿਰਧਨ ਆਉਂਦੇ ਉਹ ਕਹਿੰਦੇ ਅਸੀਂ ਆਏ ਆ ਸੇਵਾ ਕਰਕੇ ਵੀ ਅਸੀਂ ਧਨਵਾਨ ਹੋ ਜਾਈਏ। ਕਉ ਕਹੇ ਇਸ ਸੇਵ ਪਰਤਾਵੇ। ਕਈ ਕਹਿੰਦੇ ਅਸੀਂ ਇਹਨਾਂ ਦੀ ਸੇਵਾ ਕਰਕੇ ਪ੍ਰੀਖਿਆ ਲਈ ਹੈ, ਅਸੀਂ ਪ੍ਰਤਿਆ ਕੇ ਵੇਖਿਆ ਇਹਨਾਂ ਦੀ ਸੇਵਾ ਕਰਕੇ। ਸੁਖ ਨਾ ਸੁਖੇ ਮੁਰਾਦਾਂ ਪਾਵੇਂ। ਕਿ ਜਿਹੜੀ ਸੁਖਣਾ ਇਹਨਾਂ ਕੋਲੋਂ ਸੁਖ ਲੈਨੇ ਆ, ਸਾਡੀਆਂ ਉਹੀ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਕਈ ਕਹਿੰਦੇ ਆ ਕਿ ਅਸੀਂ ਪਤਿਆ ਕੇ ਵੇਖਿਆ, ਪਰਖ ਕੇ ਵੇਖਿਆ ਕਿ ਜਿਹੜੀ ਸੁਖਣਾ ਇਹਨਾਂ ਦੇ ਚਰਨਾਂ 'ਚ ਆ ਕੇ ਸੁਖਦੇ ਆ, ਸਾਡੀਆਂ ਉਹ ਸੁਖਣਾ ਪੂਰੀਆਂ ਹੋ ਜਾਂਦੀਆਂ, ਸਾਡੀਆਂ ਉਹ ਮੁਰਾਦਾਂ ਪ੍ਰਾਪਤ ਹੋ ਜਾਂਦੀਆਂ ਨੇ। ਜਿਮ ਜਿਮ ਸਤਿਗੁਰ ਕਲ ਪ੍ਰਗਟਾਵੇ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਲਯੁਗ ਦੇ ਵਿੱਚ ਪ੍ਰਗਟ ਹੋ ਰਹੇ ਹਨ, ਤਿਮ ਤਿਮ ਲੋਕ ਸੁਦੇਖਨ ਆਵੇ। ਤਿਵੇਂ ਤਿਵੇਂ ਦੁਨੀਆ ਦੀ ਬਹੁਤ ਸਾਰੀ ਲੋਕਾਈ ਉਹ ਚੇਚੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੀ ਹੈ। ਜੋ ਚਿਤ ਚਿਤਵੇ ਸੋ ਸੁਨਾਏ। ਜਿਹੜਾ ਕੋਈ ਆਪਣੇ ਚਿੱਤ 'ਚ ਚਿਤਵ ਕੇ ਆਉਂਦਾ, ਸੋਚ ਕੇ ਆਉਂਦਾ, ਗੁਰੂ ਨਾਨਕ ਪਾਤਸ਼ਾਹ ਜੀ ਉਹਦੇ ਚਿੱਤ ਵਿੱਚ ਆਈ ਗੱਲ ਆਪ ਮੂੰਹ ਤੋਂ ਬੋਲ ਕੇ ਸੁਣਾ ਦਿੰਦੇ ਐ। ਉਹਨੇ ਮਨ 'ਚ ਸੋਚਿਆ ਹੁੰਦਾ, ਸਤਿਗੁਰੂ ਜੀ ਝੱਟ ਬੋਲ ਕੇ ਦੱਸ ਦਿੰਦੇ ਨੇ। ਐਸੇ ਅੰਤਰਜਾਮੀ ਹਨ। ਅਗਮ ਨਿਗਮ ਕੀ ਬਾਤ ਬਤਾਏ। ਵੱਡਿਆਂ ਵੱਡਿਆਂ ਆਗਮਾਂ ਦੀ, ਸ਼ਾਸਤਰਾਂ ਦੀ, ਨਿਗਮਾਂ ਦੀ ਮਹਾਰਾਜ ਜੀ ਬਾਤ ਬਤਾਉਂਦੇ ਐ। ਕਿਤੇ ਸ਼ਾਸਤਰ ਨਹੀਂ ਪੜ੍ਹੇ, ਕਿਤੇ ਵੇਦ ਨਹੀਂ ਪੜ੍ਹੇ, ਛੋਟੀ ਉਮਰਾਂ ਦੇ ਵਿੱਚ ਹੀ ਵੱਡਿਆਂ ਵੱਡਿਆਂ ਸ਼ਾਸਤਰਾਂ ਦੀ ਸਬਤ ਸਲੋਕੀ ਗੀਤਾ ਦੇ ਅਰਥ ਕਰ ਕਰ ਸੁਣਾਉਂਦੇ ਨੇ। ਕਾਲੂ ਕੇ ਮਨ ਪੁੱਤਰ ਭਾਏ। ਪਿਤਾ ਮਹਿਤਾ ਕਾਲੂ ਜੀ ਨੂੰ ਆਪਣਾ ਪੁੱਤਰ ਬਹੁਤ ਭਾਉਂਦਾ, ਛੋਟੀ ਅਵਸਥਾ ਵਿੱਚ ਬੜਾ ਹੀ ਪਿਆਰਾ ਲੱਗਦਾ ਹੈ। ਚਾਹੇ ਕਰਾਈ ਕਾਰ ਉਨ ਪਾਹੇ। ਸੋਚਿਆ ਵੀ ਹੁਣ ਆਪਣੇ ਪੁੱਤ ਨੂੰ ਕਿਤੇ ਕਾਰੇ ਲਾਵਾਂ,
ਇਹਦੇ ਕੋਲੋਂ ਕੋਈ ਕਿਰਤ ਬਿਰਤ ਕਰਾਵਾਂ। ਆਗਿਆ ਪਿਤ ਕੀ ਮੋੜੇ ਨਾਈ। ਪਿਤਾ ਜੀ ਜੋ ਹੁਕਮ ਕਰਦੇ ਮਹਾਰਾਜ ਜੀ ਪਿਤਾ ਦੀ ਆਗਿਆ ਨਹੀਂ ਮੋੜਦੇ। ਪਿਤਾ ਜੀ ਨੇ ਜਿਸ ਕੰਮ ਵੀ ਲਾਇਆ, ਮੱਝੀਆਂ ਚਾਰਨ ਭੇਜਿਆ, ਖੇਤੀ ਬੀਜਣ ਬੀਜਿਆ ਭੇਜਿਆ, ਜਿਸ ਕੰਮ ਵੀ ਭੇਜਿਆ ਪਿਤਾ ਦੀ ਆਗਿਆ ਸਤਿਗੁਰਾਂ ਨੇ ਨਹੀਂ ਮੋੜੀ। ਜਿਤ ਵੱਲ ਤੋਰੇ ਤਿਤ ਵੱਲ ਜਾਈ। ਜਿੱਧਰ ਵੱਲ ਤੋਰਦੇ ਨੇ ਸਤਿਗੁਰੂ ਜੀ ਉਸੇ ਪਾਸੇ ਜਾਂਦੇ ਹਨ। ਸਤ ਨਾਮ ਜਪ ਮੁਖ ਤੇ ਕਰੇ। ਔਰ ਸੱਚੇ ਨਾਮ ਦਾ ਜਾਪ ਆਪਣੇ ਮੁਖੋਂ ਮਹਾਰਾਜ ਜੀ ਕਰਦੇ। ਜਿੱਥੇ ਜਾਂਦੇ ਆਪਣੀ ਰਸਨਾ ਤੋਂ ਉਚਾਰਦੇ ਸਤ ਕਰਤਾਰ ਸਤ ਕਰਤਾਰ। ਇਹ ਸੱਚਾ ਨਾਮ ਆਪਣੇ ਮੁਖੋਂ ਉਚਾਰਦੇ ਹਨ। ਕਰਤਾ ਪੁਰਖ ਕੈ ਬਚਨੀ ਉਚਰੇ। ਔਰ ਕਰਤਾ ਪੁਰਖ ਕਹਿ ਕੇ ਕਰਤਾਰ ਕਰਤਾਰ ਸਤ ਕਰਤਾਰ ਏਦਾਂ ਕਹਿ ਕੇ ਆਪਣੇ ਮੁਖੋਂ ਬਚਨ ਉਚਾਰਦੇ ਹਨ। ਯਹੀ ਉਪਦੇਸ਼ ਸਭ ਬਾਲਨ ਦੇਵੇ। ਜਿਹੜੇ ਬੱਚੇ ਮਹਾਰਾਜ ਜੀ ਨਾਲ ਖੇਡਦੇ ਨੇ ਨਾ ਬਚਪਨ ਵਿੱਚ, ਉਹਨਾਂ ਨੂੰ ਵੀ ਮਹਾਰਾਜ ਜੀ ਇਹੀ ਉਪਦੇਸ਼ ਦਿੰਦੇ ਵੀ ਸਤ ਕਰਤਾਰ ਜਪਿਆ ਕਰੋ, ਸੱਚੇ ਨਾਮ ਦਾ ਜਾਪ ਜਪਿਆ ਕਰੋ। ਸਤ ਕਰਤਾਰ ਉਨਮੁਖੋ ਕਹੋਵੇਂ। ਜਦੋਂ ਉਹਨਾਂ ਬੱਚਿਆਂ 'ਚ ਖੇਡਣ ਲਈ ਜਾਂਦੇ ਆ ਨਾ ਤੇ ਮਹਾਰਾਜ ਜੀ ਬੋਲਦੇ ਆਉਂਦਿਆਂ ਆਵਾਜ਼ ਮਾਰ ਕੇ ਕਹਿੰਦੇ ਸਤ ਕਰਤਾਰ। ਤੇ ਅੱਗੋਂ ਜਿੰਨੇ ਬੱਚੇ ਹੁੰਦੇ ਸਨ ਮਹਾਰਾਜ ਜੀ ਦੇ ਨਾਲ ਖੇਡਣ ਵਾਲੇ, ਸੁਣ ਕੇ ਉਹਨਾਂ ਨੇ ਵੀ ਅੱਗੋਂ ਕਹਿਣਾ ਸਤ ਕਰਤਾਰ। ਹਾਂਜੀ। ਦੋਹਰਾ ਕੀਓ ਤੰਤਾਰੋ ਕਾਨਨਨ ਮਰਦਾਨੇ ਦਿਓ ਫੜਾਏ। ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਨਗਰ ਦੇ ਸਨ, ਉਮਰ ਕਰਕੇ ਗੁਰੂ ਸਾਹਿਬ ਤੋਂ ਵੱਡੇ ਸਨ। ਕਹਿੰਦੇ ਮਰਦਾਨੇ ਨੂੰ ਇੱਕ ਦਿਨ ਕਾਨੀਆਂ ਦਾ ਬਣਿਆ ਹੋਇਆ ਇੱਕ ਤਤਾਰਾ ਜਿਹਾ, ਦੋ ਤਾਰਾ, ਉਹ ਬਣਾ ਕੇ ਫੜਾਇਆ ਤੇ ਆਖਿਆ ਮਰਦਾਨਿਆ ਲੈ ਵਜਾ ਤੇ ਆਪਾਂ ਕੀਰਤਨ ਕਰੀਏ। ਬਜਾਏ ਸ਼ਬਦ ਬੈ ਗਾਵਈ ਸਭ ਬਾਲਨ ਸਾਥ ਰਲਾਏ। ਨਨਕਾਣਾ ਸਾਹਿਬ ਦੇ ਸਾਰੇ ਬਾਲਕਾਂ ਨੂੰ ਨਾਲ ਰਲਾ ਕੇ ਬਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਨ ਕਰਦੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਦੇ ਵਿੱਚ ਸ਼ਬਦ ਗਾਇਨ ਕਰਦੇ ਹਨ। ਚੌਪਈ ਜੇ ਸਭ ਬਾਲਨ ਕਥਾ ਲਿਖਾਈ। ਭਾਈ ਰਤਨ ਸਿੰਘ ਜੀ ਕਹਿੰਦੇ ਜੇ ਮੈਂ ਉਹਨਾਂ ਸਾਰੇ ਬਾਲਕਾਂ ਦੀ ਕਥਾ ਲਿਖਾਂ, ਨਨਕਾਣਾ ਸਾਹਿਬ ਦੇ ਗੁਰਦੇਵ ਦੇ ਬਾਲ ਚੌਜਾਂ ਦੀ ਬਾਲ ਕੌਤਕਾਂ ਦੀ ਕਥਾ ਲਿਖਾਂ, ਬੜੇ ਗ੍ਰੰਥ ਬੜੇ ਅੰਤ ਨ ਪਾਈ। ਤੇ ਉਹ ਕਥਾ ਦਾ ਬੜਾ ਲੰਮਾ ਵਿਸਥਾਰ ਹੋ ਜਾਏਗਾ, ਫਿਰ ਵੀ ਅੰਤ ਨਹੀਂ ਪੈਣਾ। ਜਾਂ ਤੇ ਮੈਂ ਅਬ ਸੁਚ ਸੋ ਕਉ। ਕਹਿੰਦੇ ਮੈਂ ਸੰਕੋਚ ਨਾਲ ਕਹਿ ਰਿਹਾ, ਯਾਨੀ ਕਿ ਕੇਵਲ ਟੂਕ ਮਾਤਰ ਵਰਣਨ ਕਰ ਰਿਹਾ ਭਾਈ ਸਾਹਿਬ ਕਹਿੰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤਾਂ ਜਨਮ ਸਾਖੀਆਂ ਵਿੱਚ ਮਿਲ ਹੀ ਜਾਂਦਾ। ਮੈਂ ਕਥਾ ਲਿਖਣੀ ਹੈ ਪੰਥ ਦੀ, ਖਾਲਸੇ ਪੰਥ ਦਾ ਇਤਿਹਾਸ ਲਿਖਣਾ, ਸ਼ਹੀਦਾਂ ਦੀ ਕਥਾ ਲਿਖਣੀ ਹੈ, ਘੱਲੂਘਾਰਿਆਂ ਦੀ ਕਥਾ ਲਿਖਣੀ ਹੈ। ਇਸ ਕਰਕੇ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਥਾ ਦਾ ਇੱਕ ਕੇਵਲ ਮੁੱਢ ਮਾਤਰ ਜਿਹੜਾ ਉਹਨੂੰ ਮੈਂ ਸੁਣਾਇਆ ਸੀ ਕੈਪਟਨ ਮਰੇ ਨੂੰ, ਭਾਈ ਸਾਹਿਬ ਕਹਿੰਦੇ ਉਹ ਕੇਵਲ ਸੰਕੋਚਵਾਂ ਕਹੀਏ ਵੀ ਥੋੜਾ ਥੋੜਾ ਜਿਹੜਾ ਉਹ ਪ੍ਰਸੰਗ ਸੁਣਾਇਆ, ਵਿਸਥਾਰ ਨਾਲ ਨਹੀਂ ਕਿਹਾ। ਜੇ ਵਿਸਥਾਰ ਨਾਲ ਕਹਿੰਦਾ ਤਾਂ ਗੁਰੂ ਨਾਨਕ ਸਾਹਿਬ ਦੀ ਕਥਾ ਦਾ ਹੀ ਬੜਾ ਵੱਡਾ ਵਿਸਥਾਰ ਹੋ ਜਾਣਾ ਸੀ। ਬੀਜ ਮਾਤਰ ਕੁਛ ਲਿਖਿਓ ਚਾਹੇ। ਕਹਿੰਦੇ ਕੇਵਲ ਬੀਜ ਮਾਤਰ ਜਿਹੜੀਆਂ ਬਾਤਾਂ ਨੇ ਉਹ ਮੈਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀਆਂ ਲਿਖੀਆਂ ਨੇ। ਜਿਮ ਬਾਲਨ ਸੋ ਖੇਡ ਖਿਡਾਈ। ਮਹਾਰਾਜ ਜੀ ਜਿਵੇਂ ਬੱਚਿਆਂ ਨਾਲ ਖੇਡਦੇ, ਕਹਿੰਦੇ ਉਹ ਬੇਅੰਤ ਕੌਤਕ ਨੇ ਸਤਿਗੁਰਾਂ ਦੇ। ਖੇਤੀ ਉਜਾੜੀ ਫੇਰ ਜਮਾਈ। ਕਹਿੰਦੇ ਮੈਂ ਕੈਪਟਨ ਮਰੇ ਨੂੰ ਇਹ ਵੀ ਸੁਣਾਇਆ ਕਿ ਕਿਵੇਂ ਮਹਾਰਾਜ ਜੀ ਨੇ ਪਹਿਲਾਂ ਖੇਤੀ ਬੀਜੀ ਤੇ ਮੁੜ ਕੇ ਜਾਨਵਰਾਂ ਨੂੰ ਚਰਾ ਦਿੱਤੀ। ਜਿਹੜੀ ਜਾਨਵਰਾਂ ਨੂੰ ਦੂਜਿਆਂ ਦੀ ਫਸਲ ਚਰਾਈ, ਉਹਨੇ ਸ਼ਿਕਾਇਤ ਕੀਤੀ ਰਾਏ ਨੂੰ। ਰਾਏ ਵੇਖਣ ਆਇਆ, ਕੀ ਵੇਖਦਾ ਜਿਹੜੀ ਫਸਲ ਪਹਿਲਾਂ ਚਰੀ ਹੋਈ ਸੀ ਉਹ ਮੁੜ ਕੇ ਫੇਰ ਹਰੀ ਭਰੀ ਹੋ ਗਈ। ਇਹ ਮਹਾਰਾਜ ਜੀ ਦੇ ਬੇਅੰਤ ਕੌਤਕ ਹਨ। ਰਾਏ ਬੁਲਾਰ ਨੂੰ ਮਹਾਰਾਜ ਜੀ ਨੇ ਆਪਣੇ ਬੇਅੰਤ ਕੌਤਕ ਵਿਖਾਏ। ਜਿਮ ਬਲਵੰਡ ਸੋ ਬਾਬਾ ਦੇਖਾ। ਕਹਿੰਦੇ ਰਾਏ ਬੁਲਾਰ ਨੇ ਜਿਵੇਂ ਮਹਾਰਾਜ ਗੁਰੂ ਬਾਬੇ ਦੇ ਦਰਸ਼ਨ ਕੀਤੇ। ਛਾਮ ਕਰਤ ਸਰਪ ਫਨ ਸੋਇਓ ਪੇਖਾ। ਬਕਾਇਦਾ ਨਨਕਾਣਾ ਸਾਹਿਬ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਮੌਜੂਦ ਹਨ ਕਿ ਕਿਵੇਂ ਰਾਏ ਬੁਲਾਰ ਨੇ ਵੇਖਿਆ ਕਿ ਇੱਕ ਸੱਪ ਮਹਾਰਾਜ ਜੀ ਦੇ ਸੀਸ ਉੱਤੇ ਫਨ ਖਿਲਾਰ ਕੇ ਛਾਂ ਖੜੀ ਕਰੀ ਖਲੋਤਾ।
ਸਰਪ ਨੇ ਜਿੱਥੇ ਛਾਇਆ ਕੀਤੀ ਮਹਾਰਾਜ ਜੀ ਦੇ ਸੀਸ ਉੱਤੇ, ਉਹ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਔਰ ਅਚੰਬੇ ਕੇਤਕ ਪਏ, ਵੇਖਿਆ ਕਿ ਦਰਖਤ ਦੀ ਛਾਂ ਨਹੀਂ ਫਿਰੀ, ਧੁੱਪ ਨਾਲ ਫਿਰ ਜਾਂਦੀ ਆ, ਨਹੀਂ ਫਿਰੀ, ਸਾਰਾ ਦਿਨ ਇੱਕੋ ਜਗ੍ਹਾ ਤੇ ਥਿਰ ਹੈ। ਰਾਏ ਨੇ ਇਦਾਂ ਦੇ ਕਈ ਕੌਤਕ ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੇਖੇ। ਸੁਨੇ ਰਾਏ ਕਿਛ ਅੱਖੀ ਦਿਖੇ, ਕੁਝ ਸੁਣੇ ਕੁਝ ਅੱਖਾਂ ਨਾਲ ਵੇਖੇ। ਜਿਮ ਕਰ ਰਾਏ ਮਨ ਪਤੀ ਆਇਓ, ਜਿਸ ਨਾਲ ਰਾਏ ਬੁਲਾਰ ਦੇ ਮਨ ਵਿੱਚ ਸਤਿਗੁਰਾਂ ਤੇ ਭਰੋਸਾ ਵੱਜ ਗਿਆ। ਜਦੋਂ ਮਹਾਰਾਜ ਜੀ ਦਾ ਇਹ ਚੋਜ ਵੇਖਿਆ ਨਾ ਉਹਨੇ, ਸਰਪ ਨੇ ਛਾਂ ਕੀਤੀ, ਉਸੇ ਦਿਨ ਤੋਂ ਰਾਏ ਬੁਲਾਰ ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਹੋ ਗਿਆ। ਮਹਾਰਾਜ ਜੀ ਦੇ ਚਰਨਾਂ ਦੀ ਮੁਰੀਦੀ ਰਾਏ ਬੁਲਾਰ ਜੀ ਨੇ ਆਪਣੇ ਹਿਰਦੇ 'ਚ ਧਾਰਨ ਕਰ ਲਈ। ਜੇ ਇਹ ਗੱਲ ਕਹਿ ਲਈਏ ਕਿ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਹੈ, ਤਾਂ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੈ। ਰਾਏ ਬੁਲਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਸ਼ਰਧਾਲੂ ਬਣਿਆ, ਮਹਾਰਾਜ ਜੀ ਦਾ ਪਿਆਰਾ ਹੋ ਗਿਆ। ਸਦ ਕਰ ਨਾਨਕ ਆਦਰ ਕਰਵਾਇਓ, ਛੋਟੀ ਉਮਰ 'ਚ ਹੀ ਮਹਾਰਾਜ ਜੀ ਨੂੰ ਘਰ ਸੱਦ ਲੈਂਦੇ ਰਾਏ ਬੁਲਾਰ ਜੀ, ਔਰ ਘਰ ਬੁਲਾ ਕੇ ਸਤਿਗੁਰਾਂ ਦਾ ਬੜਾ ਹੀ ਆਦਰ ਕਰਦੇ, ਸਤਿਕਾਰ ਕਰਦੇ। ਦੋਹਰਾ ਸਦ ਬਲਵਾਂਡੇ ਆਦਰ ਕੀਓ, ਪੁੱਤਰ ਪੋਏ ਦਿਓ ਸੋ ਪਾਏ। ਰਾਏ ਬੁਲਾਰ ਦੇ ਘਰ 'ਚ ਬੱਚੇ ਨਹੀਂ, ਸੰਤਾਨ ਨਹੀਂ ਸੀ। ਗੁਰੂ ਨਾਨਕ ਸਾਹਿਬ ਬਾਲ ਉਮਰ ਵਿੱਚ ਇਹਦੇ ਘਰ ਆਏ, ਸਤਿਗੁਰਾਂ ਦੀ ਸੇਵਾ ਟਹਿਲ ਕੀਤੀ। ਮਹਾਰਾਜ ਜੀ ਇੰਨੇ ਪ੍ਰਸੰਨ ਹੋਏ ਕਿ ਰਾਏ ਬੁਲਾਰ ਨੂੰ ਮਹਾਰਾਜ ਜੀ ਨੇ ਪੁੱਤਰਾਂ ਦੀ ਦਾਤ ਬਖਸ਼ੀ। ਅੰਦਰ ਬਾਹਰ 70 ਮਦ ਨਾਨਕ ਖੇਡੇ ਤਾਏ, ਔਰ ਮਹਾਰਾਜ ਜੀ ਨੇ ਪੁੱਤਰਾਂ ਦੀ ਦਾਤ ਦੇ ਕੇ ਨਵਾਜਿਆ ਰਾਏ ਬੁਲਾਰ ਨੂੰ। ਰਾਏ ਬੁਲਾਰ ਇੰਨਾ ਮਹਾਰਾਜ ਜੀ ਦਾ ਪਿਆਰਾ ਸੀ, ਰਾਜਾ ਸੀ ਆਖਰਕਾਰ। ਗੁਰਦੇਵ ਨੂੰ ਉਹਨੇ ਹੁਕਮ ਕੀਤਾ ਆਪਣਿਆਂ ਨੌਕਰਾਂ ਚਾਕਰਾਂ ਨੂੰ ਕਿ ਸਤਿਗੁਰੂ ਜੀ ਅੰਦਰ ਮਹਿਲਾਂ ਵਿੱਚ ਜਿੱਥੇ ਜ਼ਨਾਨ ਖਾਨਾ ਹੈ, ਉੱਥੇ ਜਾ ਕੇ ਭਾਵੇਂ ਬਾਲ ਰੂਪ ਵਿੱਚ ਖੇਡਣ, ਜਿੱਥੇ ਮਰਜੀ ਘਰ ਵਿੱਚ ਵਿਚਰਨ, ਕਿਸੇ ਨੇ ਸਤਿਗੁਰਾਂ ਨੂੰ ਰੋਕ ਟੋਕ ਨਹੀਂ ਕਰਨੀ। ਆਪਣੀ ਸਵੈ ਇੱਛਾ ਨਾਲ ਸੁਤੰਤਰ ਹੋ ਕੇ ਵਿਚਰਨ। ਇਹ ਮੇਰੇ ਮਾਲਕ ਨੇ, ਇਹ ਮੇਰੇ ਸੁਆਮੀ ਨੇ, ਮੈਂ ਇਹਨਾਂ ਦਾ ਦਿੱਤਾ ਹੀ ਰਾਜ ਕਰ ਰਿਹਾ ਹਾਂ। ਇਹ ਸਭ ਕੁਝ ਇਹਨਾਂ ਦਾ ਦਿੱਤਾ ਹੋਇਆ। ਸੋਰਠਾ ਪਾਈ ਬੜਾਈ ਰਾਏ, ਪਾਰਸ ਲੋ ਤਤਬੀਰ ਛੋਏ। ਕਹਿੰਦੇ ਰਾਏ ਬੁਲਾਰ ਨੂੰ ਵਡਿਆਈ ਪ੍ਰਾਪਤ ਹੋਈ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ। ਕਹਿੰਦੇ ਜਿਵੇਂ ਪਾਰਸ ਨੂੰ ਛੂ ਕੇ ਕੋਈ ਲੋਹਾ ਸੋਨਾ ਨਹੀਂ ਹੋ ਜਾਂਦਾ, ਏਦਾਂ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਰਹਿ ਕੇ ਰਾਏ ਬੁਲਾਰ ਨੂੰ ਦਿੱਲੀ ਵੱਲੋਂ ਵੀ ਮਾਣ ਸਤਿਕਾਰ ਮਿਲਿਆ। ਦਿੱਲੀ ਵਿੱਚ ਉਸ ਵੇਲੇ ਪਠਾਣਾ ਦਾ ਰਾਜ ਸੀ। ਕਹਿੰਦੇ ਉੱਥੋਂ ਵੀ ਉਹਨੂੰ ਵੱਡੀਆਂ ਰੁਤਬੇ ਪ੍ਰਾਪਤ ਹੋਏ, ਵਜ਼ੀਰੀ ਪ੍ਰਾਪਤ ਹੋਈ। ਦਈ ਸੁਮਰੀ ਸੁਨਾਏ, ਦਿੱਲੀ ਵਜ਼ੀਰੀ ਉਨ ਲੱਭੀ। ਐ ਕੈਪਟਨ ਮਰੇ, ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਰਾਏ ਬੁਲਾਰ ਨੂੰ ਦਿੱਲੀ ਵਿੱਚੋਂ ਵੱਡੀ ਵਜ਼ੀਰੀ ਪ੍ਰਾਪਤ ਹੋਈ। ਉਹ ਇਹ ਨਹੀਂ ਸੀ ਕਹਿੰਦਾ ਮੈਨੂੰ ਦਿੱਲੀ ਦੇ ਬਾਦਸ਼ਾਹ ਨੇ ਵਜ਼ੀਰੀ ਦਿੱਤੀ ਹੈ, ਉਹ ਕਹਿੰਦਾ ਸੀ ਇਹ ਵਜ਼ੀਰੀ ਮੈਨੂੰ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚੋਂ ਮਿਲੀ ਹੈ, ਸਤਿਗੁਰਾਂ ਦੇ ਚਰਨਾਂ 'ਚੋਂ ਪ੍ਰਾਪਤ ਹੋਈ ਹੈ। ਚੋਪਈ ਜਬ ਬਾਬਾ ਜੀ ਪਏ ਹੁਸ਼ਿਆਰ। ਹੁਣ ਕਹਿੰਦੇ ਜਦੋਂ ਬਾਬਾ ਜੀ ਹੁਸ਼ਿਆਰ ਕਹੀਏ, ਜਵਾਨ ਹੋਏ, ਵੱਡੇ ਹੋਏ, ਥੋੜੇ ਜੇ 14-15 ਸਾਲਾਂ ਤੋਂ ਵੱਡੀ ਉਮਰ ਹੋਈ। ਪੜਨ ਬਹਾਏ ਪਾਂਦੇ ਦਵਾਰ। ਪਹਿਲਾਂ 7 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਨੂੰ ਪੜ੍ਹਨੇ ਬਿਠਾਇਆ ਗਿਆ। ਪਾਂਦੇ ਦੇ ਕੋਲ ਪੜਨ ਪਾਇਆ। ਪਿਤਾ ਜੀ ਨੇ ਆਖਿਆ ਵੀ ਗੋਪਾਲ ਪਾਂਦੇ ਕੋਲ ਪੜਨ ਪਾਈਏ, ਕਿਉਂਕਿ ਬਹੁ ਗੁਣੀਆਂ ਲਾਵੈ, ਸੁਤ ਨਾ ਪੜਾਵੈ, ਸੋ ਸ਼ਤਰੂ ਸਮਤਾਤ। ਪਿਤਾ ਕਾਲੂ ਜੀ ਨੇ ਸੋਚਿਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦੇ, ਉਹ ਬਾਪ ਆਪਣੇ ਬੱਚਿਆਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜੇ ਪਿਤਾ ਆਪਣੇ ਬੱਚਿਆਂ ਨੂੰ ਪੜਾਉਣ ਨਾ, ਵਿਦਿਆ ਨਾ ਪੜਾਉਣ, ਉਹ ਬਾਪ ਆਪਣੇ ਬੱਚਿਆਂ ਦੇ ਦੁਸ਼ਮਣ ਨੇ। ਪਿਤਾ ਜੀ ਨੇ ਸੋਚ ਕੇ ਗੁਰੂ ਨਾਨਕ ਸਾਹਿਬ ਨੂੰ ਨਾਲ ਲਿਆ ਤੇ ਪਾਂਦੇ ਗੋਪਾਲ ਕੋਲ ਪੜ੍ਹਨੇ ਪਾਇਆ। ਜਦੋਂ ਗੋਪਾਲ ਪਾਂਦੇ ਕੋਲ ਪੜ੍ਹਨ ਪਾਇਆ, ਪਹਿਲੇ ਦਿਨ ਸਤਿਗੁਰੂ ਪੜ੍ਹੀ ਜਾਣ। ਪਾਂਦਾ ਬੜਾ ਖੁਸ਼ ਵੀ ਜੋ ਪੜਾਉਣਾ ਉਸੇ ਵੇਲੇ ਪੜ੍ਹ ਜਾਂਦੇ ਨੇ, ਇਹਨਾਂ ਨੇ ਤਾਂ ਦਿਨਾਂ 'ਚ ਪੜ੍ਹ ਜਾਣਾ ਤੇ ਪਟਵਾਰੀ ਕੋਲੋਂ ਚੰਗੀ ਮਾਇਆ ਦੇ ਗੱਫੇ ਮਿਲਣਗੇ। ਬੱਚਾ ਬੜਾ ਤੀਕਸ਼ਣ ਬੁੱਧੀ ਵਾਲਾ। ਅਗਲੇ ਦਿਨ ਗਏ ਤੇ ਸਤਿਗੁਰੂ ਪੜ੍ਹਨ ਨਾ,
ਆਖੇ ਪੜੋ। ਮਹਾਰਾਜ ਜੀ ਕਹਿੰਦੇ ਪਾਂਦਾ ਜੀ ਇਹ ਪੜ੍ਹਾਈ ਤਾਂ ਹੁਣ ਸਾਨੂੰ ਉਹ ਪੜ੍ਹਾਈ ਪੜਾਓ ਜਿਸ ਨੂੰ ਪੜ੍ਹਿਆ ਲੇਖਾ ਨਾ ਦੇਣਾ ਪਵੇ। ਕਹਿੰਦਾ ਜੀ ਉਹ ਕਿਹੜੀ ਪੜ੍ਹਾਈ ਹੈ? ਜਗਤ ਗੁਰੂ ਪਾਤਸ਼ਾਹ ਨੇ ਪਾਂਦੇ ਨੂੰ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ, ਜਾਲ ਮੋਹ ਘਸ ਮਾਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਕਹਿੰਦੇ ਆ ਪੜ੍ਹਾਈ ਸਾਨੂੰ ਪੜ੍ਹਾ, ਇਹ ਪੜ੍ਹਾਈ ਅਸੀਂ ਪੜ੍ਹਨਾ ਚਾਹੁੰਦੇ ਆ। ਪਾਂਦਾ ਹੈਰਾਨ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਕਹਿੰਦਾ, ਪਟਵਾਰੀ ਸਾਹਿਬ ਇਹਨਾਂ ਨੂੰ ਉਹ ਪੜ੍ਹਾਵੇਗਾ ਜਿਹੜਾ ਇਹਨਾਂ ਤੋਂ ਵੱਧ ਪੜ੍ਹਿਆ ਹੋਵੇ। ਇਹਦਾ ਮੇਰੇ ਵਰਗਿਆਂ ਨੂੰ ਵੀ ਪੜ੍ਹਾਉਣ ਆਏ ਆ, ਜਗਤ ਦੇ ਮਾਲਕ ਨੇ, ਸੁਆਮੀ ਨੇ। ਕਹਿੰਦੇ ਇਸ ਪ੍ਰਕਾਰ ਭਾਈ ਰਤਨ ਸਿੰਘ ਜੀ ਦੱਸ ਰਹੇ ਨੇ, ਕਹਿੰਦੇ ਕੈਪਟਨ ਮਰੇ ਨੂੰ ਮੈਂ ਆਖਿਆ ਜਦੋਂ ਗੁਰੂ ਨਾਨਕ ਸਾਹਿਬ 6-7 ਸਾਲਾਂ ਦੀ ਉਮਰ ਦੇ ਹੋਏ ਤਾਂ ਉਹਨਾਂ ਨੂੰ ਪਿਤਾ ਜੀ ਨੇ ਪਾਂਦੇ ਕੋਲ ਪੜਨ ਪਾਇਆ। ਜਿਮ ਪਾਂਦਾ ਦਿਓ ਬਾਬੇ ਪੜਵਾਏ, ਤੇ ਸਤਿਗੁਰਾਂ ਨੇ ਉਲਟਾ ਪਾਦੇ ਨੂੰ ਹੀ ਪੜਾਇਆ, ਪਾਦੇ ਕੋਲ ਪੜਨੇ ਪਾਇਆ, ਪਾਦੇ ਨੂੰ ਆਪ ਪੜਾਇਆ। ਫੱਟੀ ਤੇ ਲਿਖਿਆ ਏਕ ਓੰਕਾਰ, ਇੱਕ ਮਸਤਾਨਾ ਜੋਗੀ, ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਉਲਟਾ ਪਾਂਦੇ ਨੂੰ ਹੀ ਪੜਾ ਦਿੱਤਾ। ਐਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਹਨ। ਸੋ ਸਾਖੀ ਦਈ ਮਰੀ ਸੁਨਾਏ, ਕਹਿੰਦੇ ਮੈਂ ਉਹ ਸਾਖੀ ਜਿਵੇਂ ਪਾਂਦੇ ਨੂੰ ਪੜਾਇਆ ਉਹ ਮੈਂ ਕੈਪਟਨ ਮਰੀ ਨੂੰ ਸੁਣਾਈ। ਔਰ ਅਚੰਬੇ ਬਹੁਤ ਦਿਖਾਏ, ਗੁਰੂ ਨਾਨਕ ਸਾਹਿਬ ਦੇ ਹੋਰ ਜਿਹੜੇ ਅਚਰਜ ਭਰੇ ਕੌਤਕ ਸਨ ਉਹ ਵੀ ਮੈਂ ਵਿਖਾਏ ਕਹੇ। ਬੜਤ ਗ੍ਰੰਥ ਸਭ ਇਹਾਂ ਲਿਖਾਏ। ਭਾਈ ਸਾਹਿਬ ਕਹਿੰਦੇ ਜੇ ਮੈਂ ਉਹ ਸਾਰੇ ਪ੍ਰਸੰਗ ਇੱਥੇ ਲਿਖਾਂ ਤੇ ਗ੍ਰੰਥ ਬਹੁਤ ਵੱਧ ਜਾਏਗਾ, ਕਥਾ ਦਾ ਬਹੁਤ ਲੰਮਾ ਵਿਸਥਾਰ ਹੋ ਜਾਏਗਾ। ਉਹ ਜੇ ਕਿਸੇ ਨੇ ਪੜ੍ਹਨੀ ਹੈ ਗੁਰੂ ਨਾਨਕ ਸਾਹਿਬ ਦੀ ਕਥਾ ਤੇ ਉਹ ਸਤਿਗੁਰਾਂ ਦੀ ਜਨਮ ਸਾਖੀ ਚੋਂ ਪੜ੍ਹ ਲਵੋ। ਬਾਲੇ ਵਾਲੀ ਜਨਮ ਸਾਖੀ ਹੈ, ਪੁਰਾਤਨ ਜਨਮ ਸਾਖੀ ਹੈ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਹੈ। ਉਹਨਾਂ ਜਨਮ ਸਾਖੀਆਂ ਦੇ 4 ਜਨਮ ਸਾਖੀਆਂ ਨੇ ਮਹਾਰਾਜ ਜੀ ਦੀਆਂ ਪੁਰਾਣੀਆਂ। ਉਹਨਾਂ ਜਨਮ ਸਾਖੀਆਂ ਦੇ ਵਿੱਚੋਂ ਆਪ ਜੀ ਪੜ੍ਹ ਲਵੋ। ਔਰ ਬਾਬੇ ਜਬ ਭਇਆ ਬਿਆਏ, ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਦੀ ਜਦੋਂ ਜਵਾਨ ਹੋਏ, ਸ਼ਾਦੀ ਹੋਈ, ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਜੀ ਦੀ ਬਰਾਤ ਚੜੀ। ਹਾਂਜੀ, ਪਏ ਬੇਟੇ 2 ਉਨ ਧਰਿਓ ਨਾਏ, ਉਹਨਾਂ ਦੇ 2 ਸਾਹਿਬਜ਼ਾਦੇ ਹੋਏ, ਦੋਨਾਂ ਦੇ ਨਾਮਕਰਨ ਕੀਤੇ। ਇੱਕ ਦਾ ਨਾਮ ਬਾਬਾ ਸ਼੍ਰੀ ਚੰਦ ਸਾਹਿਬ ਰੱਖਿਆ ਤੇ ਦੂਸਰਿਆਂ ਦਾ ਨਾਮ ਬਾਬਾ ਲਖਮੀ ਦਾਸ ਜੀ ਰੱਖਿਆ। ਕਾਲੂ ਹਟ ਕਰਾਈ ਲੋੜੈ, ਹੁਣ ਪਿਤਾ ਜੀ ਚਾਹੁੰਦੇ ਸਨ ਕਿ ਗੁਰੂ ਨਾਨਕ ਸਾਹਿਬ ਕੋਈ ਹੱਟ ਕਰ ਲੈਣ, ਇਹ ਮੋਦੀ ਖਾਨਾ ਖੋਲ ਲੈਣ। ਖਟ ਕਰ ਖਾਈਏ ਦਰਬ ਬੋ ਜੋੜੈ, ਉਹਨਾਂ ਆਖਿਆ ਨਾਲੇ ਖੱਟ ਕੇ ਖਾਏਗਾ ਮੋਦੀ ਖਾਨੇ ਦੀ ਕਿਰਤ ਕਰਕੇ, ਨਾਲੇ 2 ਪੈਸੇ ਜੋੜੇਗਾ। ਸੋ ਬਾਬਾ ਉਸ ਪੜੇ ਨਾ ਰਾਹੇ, ਪਿਤਾ ਜੀ ਜਿਸ ਰਾਹੇ ਟੋਰਨਾ ਚਾਹੁੰਦੇ ਸਨ ਸਤਿਗੁਰਾਂ ਨੂੰ, ਬਾਬਾ ਉਸ ਰਾਹੇ ਟੁਰਦਾ ਨਹੀਂ। ਭਾਈ ਰਤਨ ਸਿੰਘ ਜੀ ਕਹਿੰਦੇ ਪਿਤਾ ਜੀ ਚਾਹੁੰਦੇ ਸਨ ਵੀ ਇਹ 2 ਪੈਸੇ ਜੋੜੇ ਤੇ ਜਗਤ ਗੁਰੂ ਬਾਬਾ ਜੀ ਦੁਕਾਨ ਖੋਲ ਕੇ ਕਹਿੰਦੇ ਆ ਤੇਰਾ ਤੇਰਾ ਤੇਰਾ, ਉਹ ਲੁਟਾਈ ਜਾਂਦੇ ਆ। ਜਿਹੜੇ ਰਾਹੇ ਬਾਬਾ ਜੀ ਨੂੰ ਪਾਣਾ ਚਾਹੁੰਦੇ ਪਿਤਾ ਜੀ, ਮਹਾਰਾਜ ਗੁਰੂ ਬਾਬਾ ਜੀ ਉਸ ਰਸਤੇ ਨਹੀਂ ਚੱਲਦੇ। ਮਾਤ ਪਿਤਾ ਕਰੇ ਬਾਬੇ ਅਕਾਏ, ਕਹਿੰਦੇ ਮਾਤਾ ਜੀ ਵੀ ਪਰੇਸ਼ਾਨ ਤੇ ਪਿਤਾ ਜੀ ਵੀ ਅੱਕ ਗਏ। ਜਦੋਂ ਮਾਇਆ ਦੇ ਕੇ ਭੇਜੀ ਵੀ ਜਾਓ ਸੌਦਾ ਕਰਾਓ, ਖਰਾ ਸੌਦਾ ਕਰਾਓ। ਚੂੜ ਕਾਣੇ ਦੀ ਮੰਡੀ ਜਾ ਕੇ ਉੱਥੇ 20 ਰੁਪਇਆਂ ਦਾ ਲੰਗਰ ਲਾ ਕੇ ਕਹਿੰਦੇ ਇਹਦੇ ਤੋਂ ਵਧੀਆ ਖਰਾ ਸੌਦਾ ਕਿਹੜਾ ਹੋ ਸਕਦਾ। ਇਹਦੇ ਤੋਂ ਵੱਧ ਤਾਂ ਕੋਈ ਵਧੀਆ ਖਰਾ ਸੌਦਾ ਨਹੀਂ ਹੋ ਸਕਦਾ ਬਾਲਿਆ। ਆਖਿਆ ਮਹਾਰਾਜ ਪੈਸੇ ਤੁਹਾਡੇ ਜਿੱਥੇ ਮਰਜ਼ੀ ਖਰਚੋ, ਪਰ ਜਵਾਬ ਵੀ ਤੁਸੀਂ ਦੇਣਾ ਪਿਤਾ ਜੀ ਹੋਣਾ ਨੂੰ ਜਾ ਕੇ। ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਪਸ ਆਏ ਨੇ ਤੇ ਪਿਤਾ ਜੀ ਬੜੇ ਰੋਸ ਵਿੱਚ ਨੇ, ਬੜੇ ਗੁੱਸੇ ਵਿੱਚ ਆਏ ਤੇ ਆ ਕੇ ਚਪੇੜਾਂ ਵੀ ਕੱਢ ਮਾਰੀਆਂ। ਰਾਏ ਬੁਲਾਰ ਨੇ ਆ ਕੇ ਆਖਿਆ ਪਟਵਾਰੀ ਤੂੰ ਆ ਕੀ ਕੀਤਾ?
ਨਿਰੰਕਾਰ ਦੇ ਮੂੰਹ ਤੇ ਚਪੇੜਾਂ ਮਾਰੀਆਂ, ਤੂੰ 20 ਰੁਪਇਆਂ ਦੀ ਗੱਲ ਕਰਦਾ। ਇਹ ਭਾਵੇਂ 20,000 ਵੀ ਲੁਟਾਉਣ, ਤੂੰ ਇਹਨਾਂ ਨੂੰ ਨਹੀਂ ਆਖਣਾ ਜਿੰਨਾ ਇਹ ਲੁਟਾਣ ਤੂੰ ਮੇਰੇ ਕੋਲੋਂ ਲੈ ਜਾਇਆ ਕਰ। ਇਹਨਾਂ ਨੂੰ ਨਹੀਂ ਕੁਝ ਆਖਣਾ, ਇਹ ਮੇਰੇ ਸੁਆਮੀ ਨੇ, ਮੇਰੇ ਬਾਲਕ ਨੇ। ਤੋ ਇਸ ਪ੍ਰਕਾਰ ਇਹ ਸਾਰੀਆਂ ਵਾਰਤਾਵਾਂ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਕੈਪਟਨ ਮਰੇ ਨੂੰ ਸੁਣਾਈਆਂ। ਬਾਬਾ ਬੇਪਰਵਾਹੀ ਕਰੇ, ਬਾਬਾ ਬੇਪਰਵਾਹੀ ਕਰਦਾ। ਜੇ ਖੇਤੀ ਬੀਜਦੇ ਨੇ ਤੇ ਉਹ ਖੇਤੀ ਮੁੜ ਕੇ ਪਸ਼ੂਆਂ ਨੂੰ ਹੀ ਚਰਾ ਦਿੰਦੇ ਆ, ਜਾਨਵਰਾਂ ਨੂੰ ਹੀ ਚਰਾ ਦਿੰਦੇ ਆ। ਇਹੋ ਜੇ ਬੇਪਰਵਾਹੀ ਦੇ ਰੰਗ ਵਿੱਚ ਮਹਾਰਾਜ ਜੀ ਰੰਗੇ ਹੋਏ ਨੇ। ਫੜ ਰਬਾਬ ਸ਼ਬਦ ਉਚਰੇ, ਔਰ ਰਬਾਬ ਪਕੜ ਕੇ ਕਿਵੇਂ ਸ਼ਬਦ ਉਚਰਦੇ ਨੇ, ਕੈਸੇ ਸ਼ਬਦ ਆਪਣੇ ਮੁਖੋਂ ਗਾਇਨ ਕਰਦੇ ਹਨ। ਸਾਥ ਕਰੇ ਮਰਦਾਨੇ ਪਰਚਾਵਾ, ਔਰ ਮਰਦਾਨੇ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਰੱਖਿਆ, ਮਰਦਾਨੇ ਨੂੰ ਆਪਣੇ ਨਾਲ ਪਰਚਾਇਆ। ਲੈਣ ਦੇਣ ਕੁਛ ਰੱਖੇ ਨਾ ਦਾਵਾ, ਨਾ ਕੁਝ ਲੈਣ ਦਾ ਦਾਵਾ ਰੱਖਦੇ ਨੇ, ਨਾ ਕੁਝ ਦੇਣ ਦਾ ਦਾਵਾ ਰੱਖਦੇ ਨੇ। ਕਿਉਂਕਿ ਜੇ ਦੇਣ ਦਾ ਦਾਵਾ ਰੱਖਣਾ ਪਏਗਾ ਤੇ ਲੈਣ ਦਾ ਵੀ ਰੱਖਣਾ ਪਏਗਾ। ਲੈਣ ਦੇਣ ਦਾ ਕੋਈ ਦਾਵਾ ਨਹੀਂ ਰੱਖਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਬਸ ਆਪਣੇ ਹੀ ਰੰਗ ਵਿੱਚ, ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਆ। ਭਾਈ ਮਰਦਾਨੇ ਨੂੰ ਕਹਿੰਦੇ ਆ, ਮਰਦਾਨਿਆਂ ਰਬਾਬ ਛੇੜ ਜਿੱਥੇ ਜਾਂਦੇ ਨੇ, ਔਰ ਆਪਣੇ ਮੁਖੋਂ ਸ਼ਬਦ ਗਾਇਨ ਕਰਦੇ ਨੇ। ਭਾਈ ਸਾਹਿਬ ਭਾਈ ਬਾਲਾ ਜੀ ਮਹਾਰਾਜ ਜੀ ਦੀ ਸੰਗਤ ਚ ਨਾਲ ਰਹਿੰਦੇ ਹਨ। ਦੋਹਰਾ ਕਹੇ ਦੀਵਾਨਾ ਹੋਏ ਗਇਓ, ਸੁਨ ਆਇਓ ਜੈ ਰਾਮ। ਕਹਿੰਦੇ ਕਿਸੇ ਆਖਿਆ ਮੋਦੀ ਖਾਨੇ ਤੋਂ, ਕਿਉਂਕਿ ਲੁਟਾਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਆਖਿਆ ਦੀਵਾਨਾ ਹੋ ਗਿਆ। ਦੀਵਾਨੇ ਦਾ ਮਤਲਬ ਹੁੰਦਾ ਵੀ ਬੌਰਾ ਹੋਣਾ, ਪਾਗਲ ਹੋਣਾ। ਇੱਥੋਂ ਤੱਕ ਸ਼ਬਦ ਵਰਤੇ ਮਹਾਰਾਜ ਜੀ ਵਾਸਤੇ, ਕੋਈ ਆਖੈ ਭੂਤ ਨਾ ਕੋ ਕਹਿ ਬਿਤਾਲਾ। ਲੋਕਾਂ ਇਹ ਗੱਲਾਂ ਕੀਤੀਆਂ, ਕਹਿੰਦੇ ਦੀਵਾਨਾ ਹੋ ਗਿਆ। ਤੋ ਭਾਈਆ ਜੈ ਰਾਮ ਜੀ ਚੱਲ ਕੇ ਆਏ। ਗੁਰੂ ਨਾਨਕ ਸਾਹਿਬ ਦੇ ਭਾਈਆ ਜੀ ਸਨ, ਭਾਈਆ ਜੈ ਰਾਮ ਜੀ। ਉਤੋਂ ਬੈਣੋ ਸਤਗੁਰੇ ਸੁਲਤਾਨਪੁਰੇ ਜਿਸ ਥਾਮ। ਇਹ ਪਣਵਈਏ ਸਨ, ਯਾਨੀ ਕਿ ਬੇਬੇ ਨਾਨਕੀ ਜੀ ਦੇ ਪਤੀ ਸਨ ਭਾਈਆ ਜੈ ਰਾਮ ਜੀ। ਇਹ ਸੁਲਤਾਨਪੁਰ ਸਾਹਿਬ ਰਹਿੰਦੇ ਸਨ। ਜਦੋਂ ਮਹਾਰਾਜ ਜੀ ਨਨਕਾਣਾ ਸਾਹਿਬ ਵਿਖੇ ਵਿਚਰਦੇ, ਲੋਕਾਂ ਨੇ ਬੜੀਆਂ ਬੜੀਆਂ ਗੱਲਾਂ ਕਹੀਆਂ, ਦੀਵਾਨਾ ਕਿਹਾ, ਭੂਤਣਾ ਕਿਹਾ, ਬਹੁਤ ਗੱਲਾਂ ਕਹੀਆਂ, ਤਾਂ ਉਹ ਚੱਲ ਕੇ ਆਏ। ਜੋ ਪਈ ਸੁਲਤਾਨਪੁਰੇ ਹੁਤੋ ਮਾਲਕੇ ਉਮਰਾਊ। ਤੋ ਭਾਈਆ ਜੈ ਰਾਮ ਜੀ ਨੇ ਬੇਨਤੀ ਕੀਤੀ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ਸੁਲਤਾਨਪੁਰ ਸਾਹਿਬ ਲੈ ਜਾਵਾਂ। ਰਾਏ ਬੁਲਾਰ ਨੇ ਕਿਹਾ ਵੀ ਇੱਥੇ ਪਟਵਾਰੀ ਰੋਜ਼ ਮੇਰੇ ਸਾਹਿਬ ਦੇ ਨਾਲ ਲੜਦਾ, ਮੇਰਾ ਮਨ ਬੜਾ ਪਰੇਸ਼ਾਨ ਹੁੰਦਾ। ਜੈ ਰਾਮ, ਮੈਂ ਤੈਨੂੰ ਚਿੱਠੀ ਲਿਖ ਕੇ ਦੇ ਦਿੰਨਾ, ਤੂੰ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ਉੱਥੇ ਸੁਲਤਾਨਪੁਰ ਸਾਹਿਬ ਲੈ ਜਾ। ਹਾਲੇ ਕਿ ਮੇਰਾ ਦਿਲ ਨਹੀਂ ਕਰਦਾ ਮੈਂ ਉਹਨਾਂ ਨੂੰ ਇੱਥੋਂ ਭੇਜਾਂ, ਪਰ ਪਟਵਾਰੀ ਬੜਾ ਗੁਸੈਲਾ ਹੈ, ਉਹ ਰੋਜ਼ ਮੇਰੇ ਸਾਹਿਬ ਨਾਲ ਲੜਦਾ, ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਭਾਈਆ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਸਾਹਿਬ ਗਏ। ਔਰ ਸ੍ਰੀ ਸੁਲਤਾਨਪੁਰ ਸਾਹਿਬ, ਕਿਉਂਕਿ ਉੱਥੇ ਨਵਾਬ ਦੌਲਤ ਖਾਂ ਜਿਹੜਾ ਸੀ ਉਹ ਰਾਜਾ ਸੀ ਸੁਲਤਾਨਪੁਰ ਸਾਹਿਬ ਦਾ। ਤੋ ਸੁਲਤਾਨਪੁਰ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਜਾਇਆ ਗਿਆ। ਦੌਲਤ ਖਾਨ ਨਾਮ ਕਹੇ ਤਾਹੂ। ਇੱਥੋਂ ਦਾ ਜਿਹੜਾ ਰਾਜਾ ਸੀ ਉਹਦਾ ਨਾਮ ਸੀ ਦੌਲਤ ਖਾਨ। ਤਿਸੇ ਨਵਾਬ ਸੋ ਦਿਓ ਮਿਲਾਏ। ਗੁਰੂ ਨਾਨਕ ਸਾਹਿਬ ਨੂੰ ਨਾਲ ਲੈ ਕੇ ਭਾਈਆ ਜੈ ਰਾਮ ਜੀ ਨੇ ਨਵਾਬ ਦੌਲਤ ਖਾਂ ਦੇ ਨਾਲ ਸਤਿਗੁਰਾਂ ਦੀ ਮੁਲਾਕਾਤ ਕਰਵਾਈ। ਨਵਾਬ ਦੌਲਤ ਖਾਂ ਦੇ ਨਾਲ ਮਿਲਾਪ ਕਰਵਾਇਆ। ਮੋਦੀ ਖਾਨ ਨੇ ਉਸ ਦਿਓ ਸੌਂ ਪਾਏ। ਨਵਾਬ ਦੌਲਤ ਖਾਂ ਨੇ ਆਖਿਆ ਕਿ ਮੈਂ ਮੋਦੀ ਖਾਨਾ ਜਿਹੜਾ ਆਪਣਾ ਉਹ ਗੁਰੂ ਨਾਨਕ ਸਾਹਿਬ ਨੂੰ ਸੌਂਪ ਦੇਣਾ, ਅੱਜ ਤੋਂ ਬਾਅਦ ਇਹ ਮੇਰੇ ਮੋਦੀ ਹਨ, ਇਹ ਮੋਦੀ ਖਾਨੇ ਦੀ ਕਿਰਤ ਸੰਭਾਲਣਗੇ। ਸਭ ਉਸ ਕੀ ਜੋ ਕਥਾ ਕਥੀਏ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁਣ ਨਵਾਬ ਦੇ ਕੋਲ ਰਹਿ ਕੇ ਮੋਦੀ ਖਾਨਾ ਚਲਾਉਣਾ, ਉੱਥੇ ਰਹਿਣਾ, ਵਿਚਰਨਾ, ਜੇ ਉਹ ਸਾਰੀ ਕਥਾ ਮੈਂ ਇੱਥੇ ਲਿਖਾਂ। ਔਰ ਗ੍ਰੰਥ ਕਉ ਢੂੰਡਤ ਪਈਐ। ਕਹਿੰਦੇ ਉਹ ਤੁਹਾਨੂੰ ਹੋਰ ਗ੍ਰੰਥਾਂ 'ਚ ਵੀ ਮਿਲ ਜਾਏਗੀ ਕਥਾ, ਮੈਂ ਉਹ ਲਿਖਣੀ ਹੈ ਜਿਹੜੀ ਹੋਰ ਕਿਤੋਂ ਮਿਲਣੀ ਨਹੀਂ ਤੁਹਾਨੂੰ।
ਕਹਿੰਦੇ ਬਸ ਟੂਕ ਮਾਤਰ ਮੈਂ ਵਰਣਨ ਕਰਦਾ ਜਾ ਰਿਹਾ ਵੀ ਸਾਰਿਆਂ ਦੀ ਸਿਮਰਤੀ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਿਆਨ ਹੈ ਉਹ ਬਣ ਆਵੇ, ਕਿਉਂਕਿ ਉਹਨਾਂ ਦੇ ਪੰਥ ਦੀ ਕਥਾ ਕਹਿਣੀ ਹੈ ਨਾ, ਗੁਰੂ ਨਾਨਕ ਸਾਹਿਬ ਦਾ ਪੰਥ ਹੈ ਨਾ ਇਹ, ਤੇ ਉਹਨਾਂ ਦੇ ਪੰਥ ਦਾ ਇਤਿਹਾਸ ਲਿਖਣਾ, ਤੇ ਫਿਰ ਪਹਿਲਾਂ ਪੰਥ ਦੇ ਮੁਖੀ ਦਾ ਇਤਿਹਾਸ ਤਾਂ ਦੱਸਣਾ ਪਏਗਾ ਨਾ, ਟੂਕ ਮਾਤਰ ਸੰਖੇਪ ਮਾਤਰ। ਕਹਿੰਦੇ ਜੋ ਸਾਰੀ ਸੁਲਤਾਨਪੁਰ ਸਾਹਿਬ ਦੀ ਕਥਾ ਕਿ ਕਿਵੇਂ ਮੇਰੇ ਸਾਹਿਬ ਨੇ ਮੋਦੀ ਖਾਨੇ 'ਚ 13 ਤੋਲਿਆ, ਕਿਵੇਂ ਉੱਥੇ ਗਰੀਬ ਨਵਾਜ ਸਾਹਿਬ ਜੀ ਵਿਚਰਦੇ ਰਹੇ ਨੇ। ਕਹਿੰਦੇ ਉਹ ਕਥਾ ਜੇ ਕਿਸੇ ਨੂੰ ਪੜ੍ਹਨ ਦੀ ਇੱਛਾ ਹੋਵੇ ਉਹ ਤਾਂ ਹੋਰ ਗ੍ਰੰਥਾਂ ਵਿੱਚ ਜਨਮ ਸਾਖੀਆਂ 'ਚ ਵੀ ਮਿਲ ਜਾਏਗੀ। ਮੈਂ ਇੱਥੇ ਉਹ ਕਥਾ ਲਿਖਣੀ ਹੈ ਜਿਹੜੀ ਤੁਹਾਨੂੰ ਕਿਸੇ ਹੋਰ ਇਤਿਹਾਸ ਗ੍ਰੰਥ ਵਿੱਚ ਨਹੀਂ ਮਿਲਣੀ। ਜਿਸ ਕੋ ਲੋੜ ਸੁਨਨ ਕੀ ਹੋਏ, ਜੇ ਕਿਸੇ ਦੇ ਮਨ 'ਚ ਇੱਛਾ ਹੋਵੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨ ਦੀ, ਔਰ ਗ੍ਰੰਥਨ ਤੇ ਸੁਨ ਲਏ ਸੋਏ, ਉਹ ਹੋਰ ਜਨਮ ਸਾਖੀਆਂ ਦੀ ਕਥਾ ਦੇ ਵਿੱਚੋਂ ਸੁਣ ਲੈਣ। ਬੀਜ ਮਾਤਰ ਜੋ ਚਈਤ ਲਿਖਾਈ, ਮੈਂ ਤਾਂ ਕੇਵਲ ਜਿਹੜਾ ਬੀਜ ਮਾਤਰ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਦਾ ਉਹੀ ਇੱਥੇ ਲਿਖਣਾ ਚਾਹੁੰਦਾ ਹਾਂ। ਸੁਨੋ ਮਰੀ ਸੋ ਜਿਮ ਮੈਂ ਕਈ, ਇਹ ਕੈਪਟਨ ਮਰੇ ਜੇ ਤੈਨੂੰ ਵੀ ਉਹ ਸਾਰਾ ਇਤਿਹਾਸ ਤੂੰ ਸੁਣਨਾ ਚਾਹੁੰਦਾ ਤੇ ਉਹਨਾਂ ਹੋਰ ਗ੍ਰੰਥਾਂ ਦੇ ਵਿੱਚੋਂ ਤੂੰ ਸੁਣ ਸਕਦਾ, ਉਹ ਜਨਮ ਸਾਖੀਆਂ ਲਿਖੀਆਂ ਹੋਈਆਂ ਨੇ। ਮੈਂ ਤੈਨੂੰ ਪੰਥ ਦੀ ਉਤਪਤੀ ਦੱਸਣੀ ਹੈ, ਖਾਲਸੇ ਨੂੰ ਪਾਤਸ਼ਾਹੀ ਕਿਵੇਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ, ਮੈਂ ਤੈਨੂੰ ਉਹ ਕਥਾ ਸੁਣਾਉਣੀ ਹੈ। ਤੈਂ ਬਾਬੇ ਦਿਲ ਉਦਾਸੀ ਆਈ, ਕਿ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮਨ ਵਿੱਚ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਉਦਾਸੀ ਆਈ। ਉਦਾਸੀ ਦਾ ਮਤਲਬ ਉਪਰਾਮਤਾ ਆਈ। ਆਪਣੇ ਜੀਵਨ ਦੀ ਪਹਿਲੀ ਉਦਾਸੀ ਮਹਾਰਾਜ ਜੀ ਨੇ ਕਿਵੇਂ ਸੁਲਤਾਨਪੁਰ ਸਾਹਿਬ ਤੋਂ ਪ੍ਰਾਰੰਭ ਕੀਤੀ। ਪਇਓ ਉਦਾਸ ਕਉ ਸੁਰਤ ਨ ਲਾਈ, ਕਹਿੰਦੇ ਐਸੀ ਉਦਾਸੀ ਆਈ ਕਿ ਮਹਾਰਾਜ ਜੀ ਨੇ ਕਿਸੇ ਵੱਲ ਧਿਆਨ ਨਹੀਂ ਲਾਇਆ, ਬੇਪਰਵਾਹੀ ਦੇ ਰੰਗ ਵਿੱਚ ਰੰਗੇ ਹੋਏ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੜੀਆਂ ਵਿੱਚ ਜਾ ਬੈਠੇ। ਜਾਤ ਨਦੀ ਤੋਂ ਨਾਵਨ ਨਿਤ, ਇਹ ਕਿਵੇਂ ਆਈ ਉਦਾਸੀ ਉਹਨਾਂ ਦੇ ਚਿੱਤ ਵਿੱਚ। ਹੇ ਕੈਪਟਨ ਮਰਿਏ, ਗੁਰੂ ਨਾਨਕ ਸਾਹਿਬ ਰੋਜ਼ਾਨਾ ਵੇਈ ਨਦੀ 'ਚ ਇਸ਼ਨਾਨ ਕਰਨ ਲਈ ਸੁਬਾਹ ਅੰਮ੍ਰਿਤ ਵੇਲੇ ਜਾਂਦੇ, ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ। ਰੋਜ਼ਾਨਾ ਉੱਥੇ ਇਸ਼ਨਾਨ ਕਰਨ ਲਈ ਜਾਂਦੇ ਵੇਈ ਵਿੱਚ। ਸਾਥ ਨਫਰ ਹੈ ਰਾਖੇ ਥਿਤ, ਮਹਾਰਾਜ ਜੀ ਦੇ ਸੇਵਕ ਭਾਈ ਬਾਲਾ ਜੀ ਹੋਣੀ ਨਾਲ ਜਾਂਦੇ ਹਨ। ਉਹਾਂ ਜਾਏ ਬਾਬੇ ਗੋਤਾ ਲਾਇਓ, ਕਹਿੰਦੇ ਮਹਾਰਾਜ ਜੀ ਰੋਜ਼ਾਨਾ ਇਸ਼ਨਾਨ ਕਰਦੇ ਸਨ, ਅੱਜ ਬਾਬੇ ਨੇ ਗੋਤਾ ਲਾਇਆ, ਵੇਈ ਨਦੀ ਵਿੱਚ ਚੁੱਭੀ ਮਾਰੀ। ਘੜੀ ਪੈਰ ਲੋ ਨਿਕਸ ਨ ਆਇਓ, ਕਹਿੰਦੇ ਘੜੀ ਬੀਤ ਗਈ, ਪੈਰ ਬੀਤ ਗਿਆ, ਬਾਬਾ ਜੀ ਵਿੱਚੋਂ ਬਾਹਰ ਹੀ ਨਹੀਂ ਨਿਕਲੇ, ਵੇਈ ਚੋਂ ਚੁੱਭੀ ਮਾਰ ਕੇ ਬਾਹਰ ਨਹੀਂ ਆਏ। ਦੋਹਰਾ ਉਸੀ ਨਫਰ ਨੇ ਬੇਆਸ ਹੋਏ, ਰੋਲੋ ਦੀਨੋ ਪਾਏ। ਉੱਥੇ ਹੋਰ ਕੁਝ ਸੇਵਾਦਾਰ ਉਹਨਾਂ ਨੇ ਜਦੋਂ ਵੇਖਿਆ ਵੀ ਗੁਰੂ ਬਾਬਾ ਜੀ ਨਹੀਂ ਆਏ, ਨਦੀ ਚੋਂ ਬਾਹਰ ਨਹੀਂ ਆਏ, ਉਹ ਸੁਲਤਾਨਪੁਰ ਸਾਹਿਬ 'ਚ ਰੋਲਾ ਪੈ ਗਿਆ। ਉਹਨੇ ਆ ਕੇ ਬਾਕੀ ਦੇ ਲੋਕਾਂ ਨੂੰ ਦੱਸਿਆ, ਭਾਈਏ ਜੈ ਰਾਮ ਨੂੰ, ਬੇਬੇ ਨਾਨਕੀ ਨੂੰ ਦੱਸਿਆ। ਡੁੱਬਿਓ ਕਹਿ ਉਠਿਓ, ਸੁਨ ਦੌਲਤ ਖਾਗੇ ਉਤਾਏ। ਕਿਹਾ ਜੀ ਡੁੱਬ ਗਏ ਨੇ ਨਾਨਕ ਜੀ, ਏਦਾਂ ਲੋਕਾਂ ਨੇ ਬੋਲਿਆ ਵੀ ਉਹ ਡੁੱਬ ਗਏ ਨੇ ਨਵੇਈ ਦੇ ਵਿੱਚ। ਇਹ ਸੁਣ ਕੇ ਦੌਲਤ ਖਾਂ ਵੀ ਦੌੜਿਆ ਆਇਆ, ਭਜਿਆ ਆਇਆ ਵੇਖਣ ਵਾਸਤੇ। ਚੋਪਈ ਤਹਾਂ ਜਾਏ ਤਿੰਨ ਜਾਲ ਪਵਾਏ, ਦੌਲਤ ਖਾਂ ਨੇ ਜਾ ਕੇ ਵੇਈ ਵਿੱਚ ਜਾਲ ਪਵਾਏ, ਤਰਾਕੀ ਸੱਦੇ, ਗੋਤਾਖੋਰ ਸੱਦੇ ਕਿ ਵਿੱਚ ਜਾਲ ਪਾ ਕੇ ਵੇਖੋ। ਹੋਏ ਪਇਓ ਤੋ ਉਨ ਹੱਥ ਆਏ, ਜੇ ਇੱਥੇ ਹੋਏ ਤੇ ਉਸ ਜਾਲ ਦੇ ਵਿੱਚ ਆ ਜਾਣਗੇ, ਹੱਥ ਆ ਜਾਣਗੇ। ਲੋਕ ਕਈ ਕਉ ਪਾਰ ਲੰਘ ਗਿਓ, ਕਈਆਂ ਨੇ ਆਖਿਆ ਕੋਈ ਨਦੀ ਚੋਂ ਪਾਰ ਲੰਘ ਕੇ ਚਲੇ ਗਏ ਹੋਣੇ ਨੇ, ਮੋਦੀ ਖਾਨੇ 'ਚ ਘਾਟਾ ਪੈ ਗਿਆ ਤਦੇ ਹੀ ਚਲੇ ਗਏ ਨੇ। ਕਿ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਕਈ ਕਹਿੰਦੇ ਨਦੀ ਚੋਂ ਪਾਰ ਲੰਘ ਕੇ ਚਲੇ ਗਏ ਹੋਣੇ ਨੇ। ਜਾਏ ਪਾਰ ਤਿੰਨ ਖੋਜ ਢੂੰਢਿਓ, ਪਾਰਲੇ ਪਾਸੇ ਜਾ ਕੇ ਵੇਖਦੇ ਵੀ ਨਦੀ ਦੇ ਕੋਈ ਪਾਣੀ ਦੇ ਪੈਰਾਂ 'ਚ ਨਿਸ਼ਾਨ ਹੋਣ ਕਿਤੇ ਨਦੀ ਦੇ ਕਿਨਾਰੇ, ਕਹਿੰਦੇ ਉਹ ਵੀ ਨਹੀਂ ਦਿਸੇ। ਖੋਜ ਪਰਛਾਵੀਂ ਜੁਗਤ ਨ ਪਾਈ, ਕਹਿੰਦੇ ਖੋਜ ਨਹੀਂ ਮਿਲਿਆ, ਕੋਈ ਪੈਰਾਂ ਦਾ ਨਿਸ਼ਾਨ ਨਹੀਂ ਮਿਲਿਆ। ਕਈ ਲੋਕ ਰੁੜ ਗਿਓ ਕਿ ਥਾਈ, ਕਈ ਲੋਕ ਕਹਿਣ ਲੱਗੇ ਵੀ ਰੁੜ ਗਏ ਹੋਣੇ ਨੇ ਕਿਸੇ ਥਾਈ, ਨਦੀ ਤੇਜ਼ ਚੱਲਦੀ ਆ। ਜੈ ਰਾਮ ਕੇ ਘਰ ਪਿਟਣੇ ਪਰਾ, ਇਧਰ ਭਾਈਆ ਜੈ ਰਾਮ ਜੀ ਬੜੇ ਪਰੇਸ਼ਾਨ, ਉਹ ਵੀ ਬੜੇ ਦੁਖੀ ਹਨ। ਦੌਲਤ ਖਾਨ
ਬਹੁ ਸੰਸੇ ਭਰਾ। ਤੇ ਦੌਲਤ ਖਾਂ ਦਾ ਮਨ ਵੀ ਸੰਦੇਹ ਨਾਲ ਭਰ ਗਿਆ ਵੀ ਗੱਲ ਕੀ ਹੈ, ਮਸਲਾ ਕੀ ਹੈ। ਸਭ ਕਹਿਣ ਕਿ ਨਾਨਕ ਡੁੱਬ ਗਿਆ ਹੋਣਾ, ਪਰ ਇੱਕ ਬੇਬੇ ਨਾਨਕੀ ਸੀ ਜਿਹੜੀ ਚੌਂਕੜਾ ਮਾਰ ਕੇ ਡੋਲ ਹੋ ਕੇ ਬਹਿ ਗਈ। ਉਹਨੂੰ ਪੱਕਾ ਨਿਸ਼ਚਾ ਸੀ ਜਿਹੜਾ ਦੁਨੀਆ ਤਾਰਨ ਆਇਆ ਕਦੇ ਆਪ ਨਹੀਂ ਡੁੱਬ ਸਕਦਾ। ਉਹਨੇ ਪ੍ਰਣ ਕਰ ਲਿਆ, ਹੇ ਮੇਰੇ ਸਾਹਿਬ, ਮੇਰੇ ਵੀਰ ਨਾਨਕ, ਜਦੋਂ ਤੱਕ ਨਾ ਹੋਵੋਗੇ ਤੁਸੀਂ ਪ੍ਰਗਟ, ਉਦੋਂ ਤੱਕ ਨਾ ਮੈਂ ਚੌਂਕੜੇ ਤੋਂ ਉੱਠਣਾ, ਨਾ ਮੈਂ ਭੋਜਨ ਛਕਣਾ, ਨਾ ਮੈਂ ਜਲ ਗ੍ਰਹਿਣ ਕਰਨਾ। ਅਡੋਲ ਹੋ ਕੇ 3 ਦਿਨ ਸਤਿਗੁਰੂ ਜੀ ਨੇ ਉਧਰੋਂ ਨਿਕਲੇ ਤੇ 3 ਦਿਨ ਬੇਬੇ ਨਾਨਕੀ ਜੀ ਆਪਣੇ ਚੌਂਕੜੇ ਤੋਂ ਨਹੀਂ ਉੱਠੇ, ਅਡੋਲ ਬੈਠੇ ਰਹੇ। ਇਹ ਇੱਕ ਸਿੱਖ ਦਾ ਨਿਸ਼ਚਾ ਸੀ। ਇਹ ਚੁੱਭੀ ਸੀ, ਇਹੋ ਜੀ ਡੂੰਗੀ ਚੁੱਭੀ, ਉਸ ਬ੍ਰਹਮ ਸਰੂਪ ਦੇ ਵਿੱਚ ਦੀ ਚੁੱਭੀ ਸੀ ਜਿੱਥੋਂ ਪ੍ਰਗਟ ਹੋ ਕੇ ਗੁਰਦੇਵ ਨੇ ਸੰਸਾਰ ਦੀ ਪਹਿਲੀ ਉਦਾਸੀ ਜਿਹੜੀ ਆ ਉਹ ਸੁਲਤਾਨਪੁਰ ਸਾਹਿਬ ਤੋਂ ਆਰੰਭ ਕੀਤੀ। ਉਹ ਕੁਝ ਕੁ ਚੋਣਵੀਆਂ ਬਾਤਾਂ, ਚੋਣਵੇਂ ਪ੍ਰਸੰਗ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਅੱਗੇ ਲਿਖ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਜੀ ਦੇ ਦਰ ਘਰ ਦੀ ਪਵਿੱਤਰ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, 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 ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੁਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰੇ, ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ, ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰੇ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰੇ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ, ਕੱਲ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ। ਸਤਿਗੁਰਾਂ ਦੇ ਸ਼ਹਾਦਤ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਨੇ, ਜਿਨ੍ਹਾਂ ਦੀ ਸਮਾਪਤੀ ਕੱਲ ਸਵੇਰੇ 9:30 ਵਜੇ ਹੋਵੇਗੀ। ਔਰ ਦੂਸਰੀ ਬੇਨਤੀ ਹੈ
ਕਿ ਗੁਰਦੁਆਰਾ ਸ਼੍ਰੀ ਨਵੀਨ ਸਿੰਘ ਸਭਾ ਧਰਮਪੁਰਾ ਬਾਜ਼ਾਰ ਤੋਂ ਮਹਾਰਾਜ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਕੱਲ ਸਵੇਰੇ 11 ਵਜੇ ਇੱਕ ਵਿਸ਼ਾਲ ਨਗਰ ਕੀਰਤਨ ਪ੍ਰਾਰੰਭ ਹੋਣਗੇ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਿਆਂ ਸ਼ਾਮ ਨੂੰ 5 ਵਜੇ ਗੁਰਦੁਆਰਾ ਨਵੀਨ ਸਿੰਘ ਸਭਾ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।